ਪ੍ਰੋਗਰਾਮ ਦੀ ਸ਼ੁਰੂਆਤ ਹੋਈ ਮਿੱਟੀ ਦੀ ਖੁਸ਼ਬੂ, ਜੀ ਹਾਂ। ਜਿਸ ਨੇ ਪੂਰੀ ਦੁਨੀਆ ਦੇ ਵਿੱਚ ਇੱਕ ਨਾਮ ਰਾਜੇਸ਼ ਚੱਡਾ, ਮਿੱਟੀ ਦੀ ਖੁਸ਼ਬੂ ਦੇ ਨਾਲ ਨਾਲ ਰਾਜੇਸ਼ ਚੱਡਾ ਨੂੰ ਵੀ ਇੱਕ ਪਹਿਚਾਣ ਦਵਾਈ। ਇੰਡੀਆ ਹੀ ਨਹੀਂ ਬਲਕਿ ਪਾਕਿਸਤਾਨ ਦੇ ਵਿੱਚ ਵੀ ਤੇ ਹੋਰ ਵੀ ਜਿੰਨੇ ਆਪਣੇ ਪੜੋਸੀ ਦੇਸ਼ ਹੈ ਉੱਥੇ ਅੱਜ ਤੁਹਾਡਾ ਨਾਮ ਆ ਰਾਜੇਸ਼ ਚੱਡਾ। ਲੋਕਾਂ ਦੇ ਖੱਤ ਆਉਣੇ ਤੇ ਉਹਨਾਂ ਨੂੰ ਇੱਕ ਉਡੀਕ ਰਹਿੰਦੀ ਸੀ ਵੀ ਕਦੋਂ ਚੱਡਾ ਜੀ ਆਪਣੇ ਮੁੱਖ ਦੇ ਵਿੱਚੋਂ ਸਾਡਾ ਨਾਮ ਲੈਣਗੇ। ਉਹਨਾਂ ਨੂੰ ਇੱਕ ਉਡੀਕ ਰਹਿੰਦੀ ਸੀ ਪੂਰੇ ਪ੍ਰੋਗਰਾਮ ਦੇ ਦੌਰਾਨ। ਤਾਂ ਸਰ ਮਿੱਟੀ ਦੀ ਖੁਸ਼ਬੂ ਦਾ ਆਪਾਂ ਜ਼ਿਕਰ ਕਰਦੇ ਹਾਂ ਤੇ ਉਹਦੇ ਬਾਰੇ ਦੱਸੋ ਕਿਵੇਂ ਸ਼ੁਰੂਆਤ ਹੋਈ ਤੇ ਕਿਵੇਂ ਇਹਨੂੰ ਇੱਥੇ ਤੱਕ ਲੈ ਕੇ ਗਿਆ। ਘੱਟ ਸਭ ਕੁਝ ਸੀਗਾ, ਮੁਹੱਬਤ ਸਭ ਤੋਂ ਜ਼ਿਆਦਾ ਸੀ, ਬਾਕੀ ਸਭ ਕੁਝ ਘੱਟ ਸੀ। ਅੱਜ ਮੁਹੱਬਤ ਘੱਟ ਹੈ ਤੇ ਬਾਕੀ ਸਭ ਕੁਝ ਜ਼ਿਆਦਾ। ਇੱਕ ਤੁਸੀਂ ਜ਼ਿਕਰ ਕੀਤਾ ਤਾਂ ਮੈਨੂੰ ਯਾਦ ਆ ਗਿਆ ਉਹ ਸਾਰਾ ਪਿਛਲਾ ਪੂਰਾ ਹਿਸਾਬ ਕਿਤਾਬ। ਚਾਂਦ ਸ਼ਿਵਪੁਰੀ ਸਾਡੇ ਹੋਇਆ ਕਰਦੇ ਸੀ ਉੱਥੇ, ਜਿਹੜੇ ਕਿ ਫਿਲਮਾਂ 'ਚ ਓਮ ਸ਼ਿਵਪੁਰੀ ਦੇ ਭਰਾ ਮਿਊਜ਼ਿਕ ਦੇ ਕੰਪੋਜ਼ਰ ਸੀ। ਬਹੁਤ ਕੁਝ ਉਸ ਆਦਮੀ ਤੋਂ ਸਿੱਖਣ ਨੂੰ ਮਿਲਿਆ। ਵੀ ਬਸ ਇਹ ਚੀਜ਼ ਦੀ ਕਮੀ ਲੱਗਦੀ, ਖੁਦ ਦੇ ਬਾਰੇ 'ਚ ਵਕਤ ਜਿਹੜਾ ਨਾ ਬੰਦਾ ਦੇ ਨਹੀਂ ਰਿਹਾ। ਖੁਦ ਨੂੰ ਵਕਤ ਮੇਰੇ ਖਿਆਲ ਸੇ ਹਰ ਬੰਦੇ ਨੂੰ ਦੇਣਾ ਚਾਹੀਦਾ। ਤੁਸੀਂ ਸਾਡੀ ਨਗਰੀ ਸਾਦੁਲ ਸ਼ਹਿਰ ਦਾ ਵੀ ਕੁਝ ਜ਼ਿਕਰ ਕਰਕੇ ਤੇ ਆਪਾਂ ਕਰਾਂਗੇ। ਜੀ ਹਾਂ, ਬਿਲਕੁਲ। ਮਟੀਲੀ ਦਾ ਜ਼ਿਕਰ ਕਰੇ ਬਗੈਰ ਤਾਂ ਗੱਲ ਬਣਨੀ ਨਹੀਂ। ਮੈਨੂੰ ਵੀ ਇਹ ਆਸ਼ੀਰਵਾਦ ਦਿਓ ਤੇ ਇੱਕ ਨਜ਼ਰ ਮੇਰੇ ਇਸ ਮਾਈਕ ਕਿੰਨੀ ਕਰ ਦਿਓ ਵੀ ਜਿਸ ਤਰ੍ਹਾਂ ਤੁਸੀਂ ਮਿੱਟੀ ਦੀ ਖੁਸ਼ਬੂ ਨੂੰ ਉਸ ਬੁਲੰਦੀਆਂ ਤੱਕ ਲੈ ਕੇ ਗਏ ਤੇ ਮੈਂ ਵੀ ਨਿਮਾਣੀ ਜੀ ਕੋਸ਼ਿਸ਼ ਕਰ ਰਿਹਾ ਮੇਰੇ ਚੈਨਲ ਮਹਿਕ ਦੀ ਸੁਗਾਤ ਇਹਨੂੰ ਮੈਂ ਵੀ ਉਸ ਬੁਲੰਦੀਆਂ ਤੱਕ ਲਿਜਾ ਸਕਾਂ ਤੇ ਆਪਣੇ ਦਰਸ਼ਕਾਂ ਦਾ ਦਿਲ ਹਮੇਸ਼ਾ ਮੋਹਦਾ ਰਵਾਂ। ਤੇ ਇੰਨੀ ਕਿ ਤੁਸੀਂ ਵੀ ਕਿਰਪਾਲਤਾ ਸਾਡੇ ਤੇ ਕਰੋ। ਤੁਸੀਂ ਪਿਆਰ ਮੁਹੱਬਤ ਕਰਨ ਵਾਲੇ ਬੰਦੇ ਹੋ, ਇਸ ਕਰਕੇ ਤੁਹਾਨੂੰ ਕਿਤੇ ਕੋਈ ਰੁਕਾਵਟ ਆ ਹੀ ਨਹੀਂ ਸਕਦੀ। ਤੇ ਮੇਰਾ ਪਰਸਨਲ ਵੀ ਆ ਮੰਨਣਾ ਵੀ ਅੱਜ ਦੇ ਦਿਨ ਪੰਜਾਬੀ ਗਾਇਕੀ ਦੇ ਬੋਰਡ ਬਾਬਾ ਗੁਰਦਾਸ ਮਾਨ ਜੀ ਨੂੰ ਕਿਹਾ ਜਾਂਦਾ, ਜਿਨ੍ਹਾਂ ਨੂੰ ਬਾਬਾ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ। ਉਹਨਾਂ ਨੇ ਇੱਕ ਲਾਈਵ ਸ਼ੋਅ ਚੱਲ ਰਿਹਾ ਸੀ ਜਿੱਥੇ ਉਹਨਾਂ ਨੇ ਗਾਣਾ ਉਹ ਚੱਲ ਰਿਹਾ ਸੀ ਯਾਰ ਪੰਜਾਬੀ ਹੈ ਮੇਰਾ ਪਿਆਰ ਪੰਜਾਬੀ ਹੈ। ਤੇ ਤੁਹਾਡੇ ਯਾਦ ਹੋਊਗਾ ਉਹਦੇ ਵਿੱਚ ਉਹਨਾਂ ਨੇ ਵੀ ਤੁਹਾਡਾ ਜ਼ਿਕਰ ਕਰਿਆ ਸੀ ਤੇ ਆਹ ਚੀਜ਼ ਤੁਸੀਂ ਰੇਡੀਓ ਚੈਨਲ ਤੇ ਸੁਣਾਈ ਵੀ ਸੀ। ਤਾਂ ਕਿੱਦਾਂ ਦਾ ਮਹਿਸੂਸ ਹੋਇਆ? ਵਿੱਚ ਗੁੱਸੇ ਦੇ ਦਿਲ ਅੱਖੀਆਂ ਨੂੰ ਇਹ ਗੱਲ ਕਹਿੰਦਾ, ਲੜੀਆਂ ਤੁਸੀਂ ਫੜ ਲਿਆ ਮੈਨੂੰ, ਇਹ ਇਨਸਾਫ ਕਿੱਥੋਂ ਦਾ। ਅੱਖੀਆਂ ਕਹਿੰਦੀਆਂ ਸੁਣਵੇ ਦਿਲਾ, ਤੂੰ ਇਹ ਕੀ ਸਾਨੂੰ ਕਹਿੰਦਾ, ਅਸਾਂ ਤਾਂ ਯਾਰ ਨੂੰ ਦੇਖਿਆ ਨਹੀਂ, ਸਾਨੂੰ ਤੂੰ ਟਿਕਣ ਨਹੀਂ ਦਿੰਦਾ। ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਮਹਿਕ ਦੀ ਸੁਗਾਤ ਦੇ ਵਿੱਚ। ਤੇ ਅੱਜ ਇੱਕ ਮਹਾਨ ਸ਼ਖਸੀਅਤ ਨਾਲ ਸਾਨੂੰ ਮਿਲਣ ਦਾ ਮੌਕਾ ਮਿਲਿਆ ਤੇ ਮੇਰਾ ਬਚਪਨ ਦਾ ਇਹ ਇੱਕ ਡਰੀਮ ਸੀ, ਇੱਕ ਸੁਪਨਾ ਸੀ ਜਿਹੜਾ ਅੱਜ ਪੂਰਾ ਹੋਇਆ। ਉਸ ਮਹਾਨ ਸ਼ਖਸੀਅਤ ਨੂੰ ਮਿਲ ਕੇ ਸ਼ੁੱਕਰਵਾਰ ਨੂੰ ਜਦੋਂ ਵੀ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਰੇਡੀਓ 'ਤੇ ਸ਼ੁਰੂ ਹੋਣਾ ਤਾਂ ਜਿਨ੍ਹਾਂ ਦੀ ਆਵਾਜ਼ ਪੂਰੇ ਇੰਡੀਆ ਹੀ ਨਹੀਂ ਬਲਕਿ ਪੜੋਸੀ ਦੇਸ਼ ਦੇ ਲਾਹੌਰ ਤੱਕ ਉਹਨਾਂ ਦੀ ਆਵਾਜ਼ ਗੂੰਜਦੀ ਸੀ। ਤੇ ਆਕਾਸ਼ਵਾਣੀ ਕੋਟਨ ਸਿਟੀ ਦੇ ਸੀਨੀਅਰ ਤੇ ਦਿੱਗਜ ਐਂਕਰ ਰਾਜੇਸ਼ ਚੱਡਾ ਜੀ ਨਾਲ ਅੱਜ ਸਾਨੂੰ ਮਿਲਣ ਦਾ ਮੌਕਾ ਮਿਲਿਆ। ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਸਰ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਵਾਗਤ ਹੈ। ਵੈਲਕਮ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਜੀ ਆਇਆਂ ਨੂੰ। ਤੇ ਸਰ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਿਆਂ ਵੀ ਮੇਰੇ ਕੋਲ ਕੋਈ ਇਹੋ ਜਿਹੇ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਮੈਂ ਤੁਹਾਡੀ ਸ਼ਖਸੀਅਤ ਨੂੰ ਤੇ ਤੁਹਾਡੀ ਹਸਤੀ ਨੂੰ ਜਿਹੜੇ ਸ਼ਬਦ ਮੈਂ ਤੁਹਾਡੇ ਤੇ ਫਰਮਾ ਸਕਾਂ। ਤੇ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਤੇ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਵੀ ਤੁਸੀਂ ਆਪਣਾ ਕੀਮਤੀ ਸਮਾਂ ਮੈਨੂੰ ਤੇ ਮੇਰੇ ਚੈਨਲ ਨੂੰ ਦਿੱਤਾ। ਤੇ ਮਿਹਰਬਾਨੀ, ਬਹੁਤ ਅੱਛਾ ਲੱਗ ਰਿਹਾ। ਲਫ਼ਜ਼ਾਂ ਦੀ ਗੱਲ ਨਹੀਂ ਹੈ, ਦਿਲ 'ਚ ਪਿਆਰ ਮੁਹੱਬਤ ਹੋਵੇ ਨਾ ਤੇ ਲਫ਼ਜ਼ ਤਾਂ ਫਿਰ ਛੋਟੇ ਪੈ ਜਾਂਦੇ ਉੱਥੇ। ਬਿਲਕੁਲ ਜੀ। ਤੇ ਸਰ ਸ਼ੁਰੂਆਤ ਕਰਦੇ ਹਾਂ ਆਪਾਂ। ਤਾਂ ਰਾਜੇਸ਼ ਚੱਡਾ ਜੀ ਦਾ ਬਚਪਨ ਕਿਹੋ ਜਿਹਾ ਸੀ? ਬਹੁਤ ਵਧੀਆ। ਵੈਸੇ ਤਾਂ ਅਮੂਮਨ ਕੀ ਹੁੰਦਾ ਕਿ ਕਿਸੇ ਨਾਲ ਗੱਲ ਜੋ ਸ਼ੁਰੂ ਕਰਦਾ ਬੰਦਾ ਤੇ ਉਹਨੂੰ ਪੁੱਛਿਆ ਜਾਂਦਾ ਵੀ ਬਚਪਨ ਦਾ ਕੋਈ ਕਿਸ ਤਰ੍ਹਾਂ ਬੀਤਿਆ, ਕਿਵੇਂ ਬੀਤਿਆ। ਜਦ ਕਿ ਹੁੰਦਾ ਹੈ ਕਿ ਸਭ ਦਾ ਬਚਪਨ ਇੱਕੋ ਜਿਹਾ ਹੀ ਹੁੰਦਾ। ਬਚਪਨ ਹੀ ਹੁੰਦਾ, ਬਿਲਕੁਲ ਨਾਦਾਨ, ਅਣਜਾਣ। ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਕਿਹੜੇ ਪਰਿਵਾਰ 'ਚ ਤੇ ਕਿਉਂ ਆਇਆ ਤੇ ਕੀ ਜ਼ਿੰਦਗੀ ਦੇ ਵਿੱਚ ਤਕਲੀਫਾਂ ਹੈ, ਕੀ ਖੁਸ਼ੀਆਂ, ਕੁਛ ਨਹੀਂ। ਹਾਂ, ਜਿਉਂ ਬੰਦਾ ਅੱਗੇ ਵੱਧਦਾ ਜਾਂਦਾ ਉਹਨੂੰ ਪਰਿਸਥਿਤੀਆਂ ਉਹਦੀਆਂ ਬਦਲਦੀਆਂ ਜਾਂਦੀਆਂ ਤੇ ਫਿਰ ਦੁੱਖ ਸੁੱਖ ਤੇ ਸਾਰੀ ਉਮਰ ਚੱਲਦੀ ਰਹਿੰਦੇ। ਬਾਕੀ ਬਹੁਤ ਬੜੀਆ, ਅੱਛਾ ਬੀਤਿਆ। ਹਨੂੰਮਾਨਗੜ੍ਹ ਮੇਰਾ ਜਨਮ ਸਥਾਨ ਹੈ। ਹਨੂੰਮਾਨਗੜ੍ਹ ਮੇਰਾ ਜਨਮ ਹੋਇਆ, ਉੱਥੇ ਹੀ ਪੜ੍ਹਾਈ ਲਿਖਾਈ ਹੋਈ। ਅਤੇ ਇੱਕ ਮਿਡਲ ਕਲਾਸ ਫੈਮਿਲੀ ਸੀ ਸਾਡੀ, 5 ਭੈਣ ਭਰਾ ਸੀ ਅਤੇ ਮਾਤਾ ਪਿਤਾ ਸਰਕਾਰੀ ਕਰਮਚਾਰੀ ਪਿਤਾ ਜੀ। ਅਤੇ ਉਹ ਜਿਸ ਤਰ੍ਹਾਂ ਪੜ੍ਹਾਈ ਲਿਖਾਈ ਚੱਲਦੀ ਉਸ ਟਾਈਮ ਦੀ ਗੱਲ ਹੈ ਜਦੋਂ ਕਿ ਆਪਾਂ ਅੱਜ ਤੋਂ 55 ਸਾਲ ਪਹਿਲਾਂ ਦੀ ਗੱਲ ਕਰੀਏ, ਜਨਮ ਦੀ ਗੱਲ ਕਰੀਏ ਤਾਂ ਫਿਰ ਉਹ ਵਕਤ ਸੀ ਜਿਸ ਤਰ੍ਹਾਂ ਦਾ ਬਹੁਤ ਘੱਟ ਸਭ ਕੁਝ ਸੀਗਾ। ਮੁਹੱਬਤ ਸਭ ਤੋਂ ਜ਼ਿਆਦਾ ਸੀ, ਬਾਕੀ ਸਭ ਕੁਝ ਘੱਟ ਸੀ। ਅੱਜ ਮੁਹੱਬਤ ਘੱਟ ਹੈ ਤੇ ਬਾਕੀ ਸਭ ਕੁਝ ਜ਼ਿਆਦਾ। ਬਿਲਕੁਲ।
ਤੇ ਉਸ ਦੌਰ ਦੇ ਵਿੱਚ ਜਿਹੜੇ ਸੰਸਕਾਰ ਮਿਲੇ ਨਾ ਉਹ ਅੱਜ ਤੱਕ ਨਾਲ ਹੈ। ਤੇ ਅੱਜ ਤੱਕ ਇਹ ਲੱਗਦਾ ਹੈ ਕਿ ਬਾਕੀ ਸਭ ਚੀਜ਼ਾਂ ਹਮੇਸ਼ਾ ਘੱਟ ਹੀ ਹੁੰਦੀਆਂ, ਪਿਆਰ ਤੋਂ ਵੱਧ ਕੋਈ ਹੁੰਦਾ ਕੁਝ ਵੀ ਨਹੀਂ। ਸਕੂਲੀ ਪੜ੍ਹਾਈ ਕਿਵੇਂ ਰਹੀ ਤੇ ਕਿੱਥੋਂ ਤੱਕ ਚੱਲੀ? ਜੀ ਹਾਂ, ਸਕੂਲੀ ਪੜ੍ਹਾਈ ਉੱਥੇ ਹਨੂੰਮਾਨਗੜ੍ਹ ਹੀ ਰਹੀ, ਸਰਕਾਰੀ ਸਕੂਲ ਦੇ ਵਿੱਚ। ਫਿਰ ਉੱਥੇ ਇੱਕੋ ਹੀ ਕਾਲਜ ਹੋਇਆ ਕਰਦਾ ਸੀ ਉੱਥੇ, ਅੱਜ ਕੱਲ੍ਹ ਤਾਂ ਬਹੁਤ ਹੋ ਗਏ, ਨਹਿਰੂ ਮੈਮੋਰੀਅਲ ਕਾਲਜ ਸੀ, ਉਹ ਵੀ ਡਿਗਰੀ ਕਾਲਜ ਸੀ ਉਸ ਵਕਤ। ਪੀਜੀ ਕਾਲਜ ਵੀ ਨਹੀਂ ਸੀਗਾ, ਹੁਣ ਤਾਂ ਉਹਦੀ ਬ੍ਰਾਂਚ ਫਾਰਮੇਸੀ ਵੀ ਹੋ ਗਈ, NM ਲਾਅ ਕਾਲਜ ਵੀ ਹੋ ਗਿਆ, ਪੀਜੀ ਵੀ ਕਈ ਸਬਜੈਕਟਸ ਹੋ ਗਏ। ਉਦੋਂ ਨਹੀਂ ਸੀਗਾ, ਉਹਦੇ ਵਿੱਚ ਡਿਗਰੀ ਕੀਤੀ, ਡਿਗਰੀ ਕਰਕੇ ਔਰ ਕਾਮਰਸ ਸਬਜੈਕਟ ਸੀ ਉਦੋਂ। ਇੱਕ ਰੁਝਾਨ ਸੀ ਵੀ ਕਾਮਰਸ ਲਾਓ, ਬੈਂਕ 'ਚ ਨੌਕਰੀ ਸਭ ਤੋਂ ਵਧੀਆ ਨੌਕਰੀ ਮੰਨੀ ਜਾਂਦੀ ਸੀ ਕਿ ਬੈਂਕ ਦੀ ਨੌਕਰੀ, ਅਤੇ ਉਸੇ ਕਰਕੇ ਬਸ BCom ਕਰ ਲਈ, ਫਿਰ MCom ਕਰ ਲਈ, MCom ਪ੍ਰਾਈਵੇਟ ਕੀਤੀ। ਔਰ ਫਿਰ ਨੌਕਰੀ ਦੀ ਤਲਾਸ਼, ਕਿਉਂਕਿ ਮਿਡਲ ਕਲਾਸ ਦੇ ਵਿੱਚ ਕੀ ਹੁੰਦਾ ਕਿ ਆਪਣੇ ਮੁਲਕ ਦੇ ਵਿੱਚ ਜਿਹੜਾ ਸਿਸਟਮ ਹੈ ਕਿ ਜਦੋਂ ਬੰਦਾ ਗ੍ਰੈਜੂਏਟ ਹੋ ਜਾਂਦਾ ਨਾ, BA ਕਰ ਲਈ, BCom ਕਰ ਲਈ, ਅਤੇ ਫਿਰ ਉਹ ਘਰ ਦੇ ਵੀ ਉਹਦੇ ਇੱਕ ਉਸ ਨਿਗਾਹ ਨਾਲ ਦੇਖਦੇ ਆ ਵੀ ਹੁਣ ਕੁਝ ਕਮਾਈ ਦਾ ਸਾਧਨ ਕਰੇ ਅਤੇ ਅੱਗੇ ਕੋਈ ਗੱਲ ਬਣੇ, ਘਰ ਦੀ ਵੀ ਬਣੇ। ਅਤੇ ਅਸੀਂ ਵੀ ਉਸੇ ਤਰ੍ਹਾਂ ਨੌਕਰੀ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ, ਕਈ ਛੋਟੀਆਂ ਮੋਟੀਆਂ ਪ੍ਰਾਈਵੇਟ ਨੌਕਰੀਆਂ ਕੀਤੀਆਂ। ਸਕੂਲ 'ਚ ਮੈਂ ਪੜ੍ਹਾਇਆ, ਜ਼ਿਆਦਾਤਰ ਮਾਸਟਰੀ ਕੀਤੀ, ਪ੍ਰਾਈਵੇਟ ਸਕੂਲ ਜਿਹੜੇ ਸੀਗੇ ਉਹਨਾਂ ਸਕੂਲਾਂ 'ਚ ਪੜ੍ਹਾਇਆ, ਫਿਰ ਆਪਣਾ ਸਕੂਲ ਖੋਲ੍ਹਿਆ। ਇਸ ਤਰ੍ਹਾਂ ਕਰਦੇ ਕਰਦੇ ਇਹ ਸੰਘਰਸ਼ ਚੱਲਦਾ ਰਿਹਾ ਜ਼ਿੰਦਗੀ ਦਾ। ਅਤੇ 81 'ਚ ਮੈਂ 1981 ਦੇ ਵਿੱਚ ਗ੍ਰੈਜੂਏਟ ਹੋ ਕਰਕੇ, ਔਰ ਮੈਂ 86 ਦੇ ਵਿੱਚ ਮੈਂ ਆਪਣਾ ਸਟਰਗਲ ਕਰਦੇ ਕਰਦੇ ਮੇਰਾ ਰੇਡੀਓ ਦੇ ਵਿੱਚ ਐਂਟਰੀ ਹੋ ਗਈ। ਮੇਰੀ ਸਰਕਾਰੀ ਕੇਂਦਰ ਸਰਕਾਰ ਦਾ ਡਿਪਾਰਟਮੈਂਟ ਹੈ, ਅਤੇ ਉਦੈਪੁਰ ਮੈਂ ਜੁਆਇਨ ਕੀਤਾ, ਜਿਹਨੂੰ ਝੀਲਾਂ ਦੀ ਨਗਰੀ ਜਿਹੜੀ ਹੈ। ਬਿਲਕੁਲ, ਯਾਨੀ ਅੱਜ ਆਪਾਂ ਇੱਥੇ ਬੈਠੇ ਹਾਂ ਨਾ, ਅਤੇ ਰਾਜਸਥਾਨ ਦੇ ਨਕਸ਼ੇ 'ਤੇ ਆਪਾਂ ਦੇਖੀਏ ਤਾਂ ਇੱਕ ਪਾਸਾ ਉਹ ਅਤੇ ਇੱਕ ਕਿਨਾਰਾ, ਜਿਹੜਾ ਬਿਲਕੁਲ ਸੀਮਾ ਇਸ ਰਾਜਸਥਾਨ ਦੀ ਰਹਿ ਜਾਂਦੀ, ਜਿਹਦੇ ਨਾਲ ਗੁਜਰਾਤ ਦੀ ਲੱਗਦੀ। ਉੱਥੇ ਨੌਕਰੀ ਕੀਤੀ, ਉੱਥੇ 5 ਸਾਲ ਨੌਕਰੀ ਕੀਤੀ। ਬਹੁਤ ਅੱਛਾ ਸਮਾਂ, ਕਿਉਂਕਿ ਸ਼ੁਰੂਆਤ ਦਾ ਸੀ, ਸਿੱਖਣ ਦਾ ਮੌਕਾ ਮਿਲਿਆ। ਔਰ ਐਸੇ ਸਟੇਸ਼ਨ 'ਤੇ, ਰੇਡੀਓ ਸਟੇਸ਼ਨ 'ਤੇ ਨੌਕਰੀ ਲੱਗ ਗਈ ਜਿੱਥੇ ਸਾਥ ਜਿਹੜਾ ਰਿਹਾ ਨਾ ਉਹ ਬੜੇ ਬੜੇ ਲੋਕਾਂ ਦਾ। ਜਿਵੇਂ ਸਾਡੇ ਸਟੇਸ਼ਨ ਡਾਇਰੈਕਟਰ ਸੀਗੇ ਇੱਕ SS ਮੂਰਤੀ ਕਰਕੇ, ਸਭ ਤੋਂ ਪਹਿਲਾਂ ਉਹ ਉਸ ਵਕਤ ਦੂਰਦਰਸ਼ਨ 'ਤੇ ਤੇਲਗੂ ਦੇ ਧਾਰਾਵਾਹਿਕ ਚੱਲਿਆ ਕਰਦੇ ਸੀ, ਉਹਨਾਂ ਦੇ ਲਿਖੇ, ਸਾਡੇ ਸਾਹਮਣੇ ਕੰਟਰੈਕਟ ਸਾਈਨ ਕਰਿਆ ਕਰਦੇ ਸੀ। ਉਹ ਇੰਨੀ ਜ਼ਬਰਦਸਤ ਇੱਕ ਹਸਤੀ ਸੀ। ਫਿਰ ਉਸ ਤੋਂ ਬਾਅਦ ਉੱਥੇ ਮੁਰਲੀ ਮਨੋਹਰ ਮੰਜੁਲ ਸਾਡੇ ਸਟੇਸ਼ਨ ਡਾਇਰੈਕਟਰ ਆ ਗਏ, ਜਿਹਨੂੰ ਪੂਰੀ ਦੁਨੀਆ ਜਾਣਦੀ ਹੈ ਵੀ ਕ੍ਰਿਕਟ ਕਮੈਂਟੇਟਰ ਮੁਰਲੀ। ਇੱਕ ਵਕਤ ਸੀਗੇ ਕ੍ਰਿਕਟ ਕਮੈਂਟਰੀ ਦੇ ਵਿੱਚ ਮੁਰਲੀ ਮਨੋਹਰ ਮੰਜੁਲ ਅਤੇ ਜਸਦੇਵ ਸਿੰਘ ਦੋ ਹੀ ਨਾਂ ਹੋਇਆ ਕਰਦੇ ਸੀ। ਮੰਜੁਲ ਸਾਹਿਬ, ਉਹਨਾਂ ਕੋਲ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਮੈਂ ਉਸ ਤੋਂ ਬਾਅਦ ਲਗਭਗ 3-4 ਸਾਲ ਉਹਨਾਂ ਦੇ ਨਾਲ ਹੀ, ਉਹਨਾਂ ਦੇ ਨਿਰਦੇਸ਼ਨ 'ਚ ਹੀ ਕੰਮ ਕੀਤਾ। ਨਾਲ ਐਸੇ ਲੋਕ ਰਹੇ। ਇੱਕ ਤੁਸੀਂ ਜ਼ਿਕਰ ਕੀਤਾ ਤਾਂ ਮੈਨੂੰ ਯਾਦ ਆ ਗਿਆ ਉਹ ਸਾਰਾ ਪਿਛਲਾ ਪੂਰਾ ਹਿਸਾਬ ਕਿਤਾਬ। ਚਾਂਦ ਸ਼ਿਵਪੁਰੀ ਸਾਡੇ ਹੋਇਆ ਕਰਦੇ ਸੀ ਉੱਥੇ, ਜਿਹੜੇ ਕਿ ਫਿਲਮਾਂ 'ਚ ਓਮ ਸ਼ਿਵਪੁਰੀ ਦੇ ਭਰਾ ਮਿਊਜ਼ਿਕ ਦੇ ਕੰਪੋਜ਼ਰ ਸੀ। ਬਹੁਤ ਕੁਝ ਉਸ ਆਦਮੀ ਤੋਂ ਸਿੱਖਣ ਨੂੰ ਮਿਲਿਆ ਵੀ ਡੈਡੀਕੇਸ਼ਨ ਕੀ ਹੁੰਦਾ। ਮੈਂ ਉਸ ਆਦਮੀ ਦੀ ਖਾਸੀਅਤ ਦੱਸਾਂ ਤੁਹਾਨੂੰ ਕਿ ਉਹਨੂੰ ਅਗਰ ਅਸੀਂ ਇਹ ਪੁੱਛਦੇ ਸੀ ਨਾ, ਕੋਈ ਜ਼ਿਕਰ ਕਰਦੇ ਸੀ ਵੀ ਫਲਾਣਾ ਇੱਕ ਗੀਤ ਦੇ ਬੋਲ ਬੋਲੇ, ਤਾਂ ਉਹ ਵਿਦਿਨ ਸੈਕਿੰਡ ਉਹ ਆਦਮੀ ਉਸ ਫਿਲਮ ਦਾ ਨਾਂ ਦੱਸ ਦਿੰਦਾ, ਗੀਤਕਾਰ ਦਾ ਨਾਂ, ਸੰਗੀਤਕਾਰ ਦਾ ਨਾਂ, ਪ੍ਰੋਡਿਊਸਰ ਕੌਣ ਸੀ, ਕਦੋਂ ਬਣੀ ਸੀ, ਸਾਰੀ ਚੀਜ਼ਾਂ। ਅੱਛਾ, ਲਾਇਬ੍ਰੇਰੀ, ਰੇਡੀਓ ਸਟੇਸ਼ਨਾਂ 'ਤੇ ਲਾਇਬ੍ਰੇਰੀ ਹੋਇਆ ਕਰਦੀ ਜਿੱਥੇ ਰਿਕਾਰਡ ਪਏ ਰਹਿੰਦੇ। ਅੱਜ ਕੱਲ੍ਹ ਤਾਂ ਹੁਣ ਕੰਪਿਊਟਰ ਸਿਸਟਮ ਹੋ ਗਿਆ, ਪਹਿਲਾਂ ਰਿਕਾਰਡ ਹੁੰਦੇ ਸੀ। ਉਸ ਆਦਮੀ ਨੂੰ ਪੁੱਛ ਲਓ ਤੁਸੀਂ ਫਲਾਣੀ ਫਿਲਮ ਦਾ ਰਿਕਾਰਡ, ਉਹ ਨੰਬਰ ਤੱਕ ਦੱਸ ਦਿੰਦੇ ਸੀ, ਆਹ ਨੰਬਰ ਹੈ, ਕੱਢ ਲਿਓ। ਉਸ ਬੰਦੇ ਤੋਂ ਇਹ ਸਿੱਖਣ ਨੂੰ ਮਿਲਿਆ ਕਿ ਅਗਰ ਡੈਡੀਕੇਸ਼ਨ ਤੁਹਾਡਾ ਪੂਰਾ ਹੈ ਨਾ, ਤਾਂ ਫਿਰ ਤੁਹਾਡੀ ਸਮਰਨ ਸ਼ਕਤੀ ਜਿਹੜੀ ਤੁਹਾਡੇ ਨਾਲ ਚੱਲੇਗੀ। ਇਸੇ ਤਰ੍ਹਾਂ ਇਕਰਾਮ ਰਾਜਸਥਾਨੀ ਕਰਕੇ ਇੱਕ ਬਹੁਤ ਵੱਡਾ ਨਾਮ ਹੈ ਰਾਜਸਥਾਨ ਦਾ, ਉਹਨਾਂ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ। ਸਾਡੇ ਪ੍ਰੋਡਿਊਸਰ ਹੋਇਆ ਕਰਦੇ ਸੀ, ਇਕੱਠੇ ਹੀ ਅਸੀਂ ਸਾਲਾਂ ਤੱਕ ਕੰਮ ਕੀਤਾ। ਮਾਈਕਰੋਫੋਨ 'ਤੇ ਕਿਸ ਤਰ੍ਹਾਂ ਬੋਲੀ ਦਾ, ਔਰ ਮਾਈਕਰੋਫੋਨ 'ਤੇ ਬੋਲ ਕੇ ਔਰ ਉਸ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਬੋਲੀ ਦਾ ਤਾਂ ਕੀ ਬੋਲੀ ਦਾ, ਇਹ ਬੜਾ ਇੰਪੋਰਟੈਂਟ ਹੁੰਦਾ। ਕਿਸ ਤਰ੍ਹਾਂ ਬੋਲਦਾ ਇਹ ਬੰਦਾ ਤਾਂ ਸਭ ਸਿੱਖ ਲੈਂਦਾ, ਬੋਲਣਾ ਕੀ ਹੈ ਇਹ ਬੜਾ ਮੁਸ਼ਕਿਲ ਕੰਮ ਹੁੰਦਾ। ਕੀ ਰੋਕਣਾ ਅਤੇ ਕੀ ਬੋਲਣਾ, ਉਹ ਸਾਰੀਆਂ ਚੀਜ਼ਾਂ, ਇਹ ਸਭ ਚੀਜ਼ਾਂ ਉਹਨਾਂ ਗੁਣੀ ਜਨਾਂ ਤੋਂ ਮਤਲਬ ਸਿੱਖਣ ਦਾ ਮੌਕਾ ਮਿਲਿਆ। ਫਿਰ ਚੂੰਕਿ ਹਨੂੰਮਾਨਗੜ੍ਹ ਮੇਰਾ ਮੂਲ ਨਿਵਾਸ ਸੀਗਾ, ਸੂਰਤਗੜ੍ਹ ਨਜ਼ਦੀਕ ਤੋਂ ਨਜ਼ਦੀਕ ਇੱਕ ਸੂਰਤਗੜ੍ਹ ਸਟੇਸ਼ਨ ਸੀ ਜਿੱਥੇ ਮੈਂ ਆਪਣੇ ਘਰ ਦੇ ਨੇੜੇ ਆਪਣੇ ਇਲਾਕੇ 'ਚ ਰਹਿ ਸਕਦਾ ਸੀ। ਫਿਰ ਮੈਂ 91 ਦੇ ਵਿੱਚ ਉੱਥੋਂ ਟਰਾਂਸਫਰ ਲੈ ਕੇ ਔਰ ਸੂਰਤਗੜ੍ਹ ਆ ਗਿਆ। ਉਸ ਤੋਂ ਬਾਅਦ ਫਿਰ ਲਗਾਤਾਰ ਸੂਰਤਗੜ੍ਹ ਹੀ। ਸਰ, ਪ੍ਰੋਗਰਾਮ ਦੀ ਸ਼ੁਰੂਆਤ ਹੋਈ ਮਿੱਟੀ ਦੀ ਖੁਸ਼ਬੂ, ਜੀ ਹਾਂ, ਜਿਸ ਨੇ
ਪੂਰੀ ਦੁਨੀਆ ਦੇ ਵਿੱਚ ਇੱਕ ਨਾਮ ਰਾਜੇਸ਼ ਚੱਡਾ, ਮਿੱਟੀ ਦੀ ਖੁਸ਼ਬੂ ਦੇ ਨਾਲ ਨਾਲ ਰਾਜੇਸ਼ ਚੱਡਾ ਨੂੰ ਵੀ ਇੱਕ ਪਹਿਚਾਣ ਦਵਾਈ, ਇੰਡੀਆ ਹੀ ਨਹੀਂ ਬਲਕਿ ਪਾਕਿਸਤਾਨ ਦੇ ਵਿੱਚ ਵੀ ਤੇ ਹੋਰ ਵੀ ਜਿੰਨੇ ਆਪਣੇ ਪੜੋਸੀ ਦੇਸ਼ ਹੈ ਉੱਥੇ ਅੱਜ ਤੁਹਾਡਾ ਨਾਮ ਆ ਰਾਜੇਸ਼ ਚੱਡਾ। ਲੋਕਾਂ ਦੇ ਖੱਤ ਆਉਣੇ ਤੇ ਉਹਨਾਂ ਨੂੰ ਇੱਕ ਉਡੀਕ ਰਹਿੰਦੀ ਸੀ ਵੀ ਕਦੋਂ ਚੱਡਾ ਜੀ ਆਪਣੇ ਮੁੱਖ ਦੇ ਵਿੱਚੋਂ ਸਾਡਾ ਨਾਮ ਲੈਣਗੇ, ਉਹਨਾਂ ਨੂੰ ਇੱਕ ਉਡੀਕ ਰਹਿੰਦੀ ਸੀ ਪੂਰੇ ਪ੍ਰੋਗਰਾਮ ਦੇ ਦੌਰਾਨ। ਤਾਂ ਸਰ ਮਿੱਟੀ ਦੀ ਖੁਸ਼ਬੂ ਦਾ ਆਪਾਂ ਜ਼ਿਕਰ ਕਰਦੇ ਹਾਂ ਤੇ ਉਹਦੇ ਬਾਰੇ ਦੱਸੋ ਕਿਵੇਂ ਸ਼ੁਰੂਆਤ ਹੋਈ ਤੇ ਕਿਵੇਂ ਇਹਨੂੰ ਇੱਥੇ ਤੱਕ ਲੈ ਕੇ ਗਿਆ। ਦਰਅਸਲ ਆਪਣਾ ਜਿਹੜਾ ਇਲਾਕਾ ਹੈ ਨਾ ਜੀ, ਹੁਣ ਤਾਂ ਗੰਗਾਨਗਰ ਹਨੂੰਮਾਨਗੜ੍ਹ 2 ਜ਼ਿਲ੍ਹੇ ਹੋ ਗਏ। ਜੇ ਆਪਾਂ ਇੱਕੋ ਹੀ ਜ਼ਿਲ੍ਹਾ ਮੰਨੀਏ ਗੰਗਾਨਗਰ, ਜਦੋਂ ਪਹਿਲਾਂ ਜਿਹੜਾ ਸੀਗਾ ਉਹ ਇਸ ਇਲਾਕੇ ਦੇ ਵਿੱਚ ਕੀ ਹੈ ਕਿ ਹਾਂ ਤਾਂ ਆਪਾਂ ਰਾਜਸਥਾਨ ਦੇ ਵਿੱਚ ਬਿਲਕੁਲ, ਪਰ ਜਿਹੜੀ ਆਬਾਦੀ ਹੈ ਉਹ 40-60 ਦਾ ਰੇਸ਼ੋ ਹੈ, ਯਾਨੀ 60% ਪੰਜਾਬੀ ਹੈ, 40% ਜਿਹੜੇ ਉਹ ਬਾਗੜੀ ਹੈ। ਠੀਕ ਹੈ ਜੀ। ਉਹ ਸੂਚਨਾ ਜਿਹੜੀ ਸੀ ਉਹ ਸਾਡੇ ਡਾਇਰੈਕਟਰੇਟ ਤੱਕ ਪਹੁੰਚੀ। ਕੁਛ ਇੱਥੋਂ ਦੇ ਲੋਕਾਂ ਦਾ ਵੀ ਤਾਲੁਕ ਉੱਥੇ ਤੱਕ ਸੀਗੇ, ਚਾਹੇ ਉਹ ਖਤਰਾਂ 'ਤੇ ਰਾਈ ਹੈ ਕਿਸੇ ਤਰੀਕੇ ਨਾਲ ਵੀ, ਅਤੇ ਉਹਨਾਂ ਦੀ ਇੱਛਾ ਸੀ ਵੀ ਇੱਕ ਪੰਜਾਬੀ ਪ੍ਰੋਗਰਾਮ ਇੱਥੇ ਹੋਣ, ਕਿਉਂਕਿ ਪੰਜਾਬੀ ਭਾਸ਼ੀ ਲੋਕ ਰਹਿੰਦੇ। ਇੱਥੋਂ ਦਾ ਰਾਜਸਥਾਨੀ ਬੰਦਾ ਉਹ ਵੀ ਪੰਜਾਬੀ ਬਹੁਤ ਵਧੀਆ ਬੋਲਦਾ, ਉਹ ਜਿਹੜਾ ਪੰਜਾਬੀ ਉਹ ਰਾਜਸਥਾਨੀ ਬਹੁਤ ਵਧੀਆ ਬੋਲਦਾ। ਅਤੇ ਉਹ ਉੱਥੋਂ ਸੂਚਨਾ ਫਿਰ ਸਾਡੇ ਕੋਲ ਆਈ ਵੀ ਇਸ ਤਰ੍ਹਾਂ ਇੱਥੇ ਡਿਮਾਂਡ ਹੈ, ਇਸ ਕੇਂਦਰ 'ਤੇ ਆਈ। ਅਤੇ ਇਸ ਕੇਂਦਰ 'ਤੇ ਸਾਡੇ ਉਦੋਂ ASD ਹੋਇਆ ਕਰਦੇ ਸੀ DC ਸ਼ਰਮਾ, ਦਿਨੇਸ਼ ਚੰਦਰ ਸ਼ਰਮਾ, ਉਹ ਰਿਟਾਇਰ ਹੋ ਗਏ ਹੁਣ ਤਾਂ। ਉਹਨਾਂ ਨੇ ਜਿਹੜਾ ਸੀ ਜਿਵੇਂ ਉਹ ਲੈਟਰ ਆਇਆ ਵੀ ਪੰਜਾਬੀ ਪ੍ਰੋਗਰਾਮ ਸ਼ੁਰੂ ਕਰਨਾ ਹੈ ਔਰ ਤੁਸੀਂ ਤੋਂ ਕਰ ਸਕਦਾ, ਕੋਈ ਬੰਦਾ ਹੈ ਜਿਹੜਾ ਪੰਜਾਬੀ ਪ੍ਰੋਗਰਾਮ ਕਰ ਸਕੇ। ਉਹ ਜਿਵੇਂ ਹੀ ਉਹ ਅੱਜ ਕੱਲ੍ਹ ਤਾਂ ਮੇਲ ਆਉਂਦੀ, ਪਹਿਲਾਂ ਚਿੱਠੀਆਂ ਆਇਆ ਕਰਦੀਆਂ ਸੀ, ਉਹ ਜਿਵੇਂ ਚਿੱਠੀ ਆਈ ਤਾਂ ਉਹਨਾਂ ਨੇ ਮੈਨੂੰ ਬੁਲਾਇਆ ਆਪਣੇ ਕਮਰੇ 'ਚ, ਵੀ ਇਸ ਤਰ੍ਹਾਂ ਆਪਣੇ ਸਟੇਸ਼ਨ 'ਤੇ ਆਇਆ ਵੀ ਤੁਸੀਂ ਇਹ ਪੰਜਾਬੀ ਪ੍ਰੋਗਰਾਮ ਸ਼ੁਰੂ ਕਰਨਾ ਔਰ ਆਪਾਂ ਕਰ ਸਕਦੇ ਹਾਂ। ਕਿ ਮੈਂ ਕਿਹਾ ਜੀ ਕਿਉਂ ਨਹੀਂ ਕਰ ਸਕਦੇ, ਕਿ ਕੌਣ ਕਰੇਗਾ? ਮੈਂ ਕਿਹਾ ਮੈਂ ਕਰੂੰਗਾ ਕਿ ਪੰਜਾਬ। ਮੈਂ ਕਿਹਾ ਬਿਲਕੁਲ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਮੇਰੀ ਮਾਂ ਬੋਲੀ ਜਿਹੜੀ ਹੈ ਉਹ ਪੰਜਾਬੀ। ਠੀਕ ਹੈ। ਅਤੇ ਮੈਂ ਉਹਨਾਂ ਨੂੰ ਹਾਂ ਕਰਤੀ। ਉਹ ਥੋੜ੍ਹਾ ਜਿਹਾ ਪ੍ਰੋਸੈਸ ਸ਼ੁਰੂ ਚੱਲਿਆ ਹੋਇਆ, ਉਸ ਤੋਂ ਅਨੁਮਤੀ ਮਿਲ ਗਈ। ਅੱਧੇ ਘੰਟੇ ਦਾ ਇੱਕ ਚੰਕ ਸਾਨੂੰ ਮਿਲਿਆ, ਜਿਹੜਾ ਕਿ 96 'ਚ 12 ਜੁਲਾਈ 1996 ਨੂੰ ਸ਼ੁਰੂ ਹੋ ਗਿਆ। ਪਹਿਲਾ ਪ੍ਰੋਗਰਾਮ ਸੀ ਮਿੱਟੀ ਦੀ ਖੁਸ਼ਬੂ, ਅੱਧੇ ਘੰਟੇ ਦਾ ਉਹ ਪ੍ਰੋਗਰਾਮ ਸ਼ੁਰੂ। ਉਸ ਪ੍ਰੋਗਰਾਮ ਨੂੰ ਜਦੋਂ ਸ਼ੁਰੂ ਕੀਤਾ ਅਤੇ ਪ੍ਰੋਗਰਾਮ ਦਾ ਕੰਸੈਪਟ ਸੀ, ਉਹ ਪਹਿਲਾ ਦਿਨ ਤੋਂ ਜਿਹੜਾ ਮੈਂ, ਸਾਡੇ ਸਟੇਸ਼ਨ ਡਾਇਰੈਕਟਰ ਜਿਹੜੇ ਮੈਂ ਜਿਹਨਾਂ ਦਾ ਜ਼ਿਕਰ ਕਰ ਰਿਹਾ ਔਰ ਹੋਰ ਜਿਹੜੇ ਸਾਥੀ ਸੀ, ਉਹਨਾਂ ਨਾਲ ਮਿਲ ਕੇ ਇਹ ਤੈਅ ਕੀਤਾ ਵੀ ਇਹ ਕੰਸੈਪਟ ਜਿਹੜਾ ਉਹ ਪੰਜਾਬੀ ਕਲਚਰ ਨੂੰ ਬੂਸਟ ਕਰਨ ਵਾਸਤੇ, ਇਨ ਪੰਜਾਬੀ ਕਲਚਰ ਨੂੰ ਆਪਾਂ ਕਿਸ ਤਰ੍ਹਾਂ, ਜਿਹੜਾ ਓਰੀਜਨਲ ਪੰਜਾਬੀ ਕਲਚਰ ਹੈ, ਵਿਰਸਾ ਹੈ ਨਾ, ਵਿਰਸਾ ਜਿਹੜਾ ਉਹਨੂੰ ਆਪਾਂ ਕਿਸ ਤਰ੍ਹਾਂ ਰੇਡੀਓ ਦੇ ਜ਼ਰੀਏ ਦੂਰ ਦੂਰ ਤੱਕ ਪੰਜਾਬੀ, ਨਾ ਸਿਰਫ ਪੰਜਾਬੀ, ਹਿੰਦੀ, ਰਾਜਸਥਾਨੀ ਜਿਹੜੇ ਵੀ, ਕਿਉਂਕਿ ਲਿਸਨਰ ਜਿਹੜਾ ਹੈ ਨਾ ਉਹ ਰੇਡੀਓ ਔਨ ਕਰਦਾ ਤਾਂ ਉਹ ਪੰਜਾਬੀ, ਹਿੰਦੀ, ਰਾਜਸਥਾਨੀ ਕੁਛ ਨਹੀਂ ਹੁੰਦਾ, ਉਹ ਲਿਸਨਰ ਹੀ ਹੈ, ਉਹ ਸੁਣਨ ਵਾਲਾ ਹੈ। ਜੇ ਉਹਨੂੰ ਪੰਜਾਬੀ ਨਹੀਂ ਵੀ ਆਉਂਦੀ ਔਰ ਉਸ ਤੋਂ ਬਾਵਜੂਦ ਵੀ ਉਹਨੂੰ ਪਸੰਦ ਆ ਰਹੀ ਹੈ ਪੰਜਾਬੀ, ਅਤੇ ਇਹਦਾ ਮਤਲਬ ਹੈ ਕਿ ਗੱਲ ਦਿਲ ਤੱਕ ਪਹੁੰਚ ਰਹੀ ਹੈ। ਬਿਲਕੁਲ। ਅਤੇ ਉਹ ਉਸੇ ਇੱਕ ਵਿਰਸੇ ਨੂੰ ਲੈ ਕੇ ਅਤੇ ਉਹ ਸ਼ੁਰੂਆਤ ਕੀਤੀ ਔਰ ਹੌਲੀ ਹੌਲੀ ਕਰਕੇ ਫਿਰ ਸਿਲਸਿਲਾ ਚੱਲਦਾ ਗਿਆ, ਲੋਕ ਜੁੜਦੇ ਰਹੇ। ਅੱਛਾ, ਪੜੋਸੀ ਮੁਲਕ ਹੈ ਜਿਵੇਂ ਪਾਕਿਸਤਾਨ ਹੈ, ਉੱਥੋਂ ਵੀ ਲੈਟਰ, ਉਦੋਂ ਕੀ ਸੀ, ਉਦੋਂ ਚਿੱਠੀਆਂ ਆਇਆ ਕਰਦੀਆਂ ਸੀ ਅਤੇ 40 ਦਿਨ ਲੱਗਿਆ ਕਰਦੇ ਸੀ ਇੱਕ ਚਿੱਠੀ ਨੂੰ, ਕਿਉਂਕਿ ਕਈ ਤਰ੍ਹਾਂ ਦੇ ਪ੍ਰੋਸੈਸ ਤੋਂ ਨਿਕਲ ਕੇ ਆਉਂਦੀ ਸੀ, ਸਿਕਿਉਰਿਟੀ ਵੀ ਹੁੰਦਾ ਸੀ, ਸਾਰਾ ਕੁਝ ਮਾਮਲਾ ਸੀ, ਕਿਉਂਕਿ ਉਹਦੇ ਨਾਲ ਤਾਲੁਕਾਤ ਵੀ ਠੀਕ ਨਹੀਂ। ਅਤੇ ਉੱਥੋਂ ਜਿਹੜੇ ਲੈਟਰਸ ਆਇਆ ਕਰਦੇ ਸੀ ਉਹਨਾਂ ਨੂੰ ਬੜਾ ਸੁਰੱਖਿਅਤ ਰੱਖਣਾ, ਉਹ ਸਾਰੇ, ਔਰ ਇੰਨਾ ਪਿਆਰ ਸੀ ਉੱਥੋਂ ਜਦੋਂ ਲੈਟਰ ਆਉਂਦੇ ਸੀ ਪਾਕਿਸਤਾਨ ਤੋਂ, ਬਿਲਕੁਲ ਇੰਨਾ ਪਿਆਰ ਸੀ ਤੁਸੀਂ ਯਕੀਨ ਨਹੀਂ ਕਰੋਗੇ ਕਿ ਕਈ ਵਾਰ ਤਾਂ ਇੱਕ ਟਿਸ਼ੂ ਪੇਪਰ ਨਹੀਂ ਹੋਇਆ ਕਰਦੇ ਜਿਹੜੇ ਆਪਾਂ ਇਸਤੇਮਾਲ ਕਰਨੇ, ਟਿਸ਼ੂ ਪੇਪਰ, ਉਹ ਟਿਸ਼ੂ ਪੇਪਰ 'ਤੇ ਲਿਖਣਾ ਕਿੰਨਾ ਮੁਸ਼ਕਿਲ ਕੰਮ ਹੈ, ਉਹ 'ਤੇ ਆਪਾਂ ਪੈਨ ਨਹੀਂ ਰੱਖ ਸਕਦੇ, ਉਹ ਜ਼ਰਾ ਜੇ ਕਰਦੀ ਫਟ ਜਾਏ, ਬੜਾ ਨਾਜ਼ੁਕ ਜਿਹਾ ਹੁੰਦਾ। ਉਸ ਟਿਸ਼ੂ ਪੇਪਰ 'ਤੇ ਉਸ ਪ੍ਰੋਗਰਾਮ ਦੀ ਡਿਟੇਲ ਲਿਖੀ ਹੁੰਦੀ ਸੀ ਵੀ ਤੁਸੀਂ ਪਲਾਂ ਐਂ ਕੀਤਾ, ਪੂਰੀਆਂ ਗੱਲਾਂ, ਔਰ ਉਹਦੀ ਲੰਬਾਈ ਉਸ ਟਿਸ਼ੂ ਪੇਪਰ ਦੀ ਤੁਸੀਂ ਯਕੀਨ ਨਹੀਂ ਕਰੋਗੇ 15 ਫੁੱਟ ਲੰਬੇ ਉਸ ਟਿਸ਼ੂ ਪੇਪਰ, ਉਹ ਲੰਬਾ ਹੋ ਜਾਂਦਾ ਇਸ ਤਰ੍ਹਾਂ। ਬਿਲਕੁਲ। ਅਤੇ ਉਹ ਜਦੋਂ ਸਟੂਡੀਓ 'ਚ ਪੜ੍ਹਦੇ ਸੀ ਨਾ ਤਾਂ ਉਹਨੂੰ ਇਸ ਤਰ੍ਹਾਂ ਕਰਕੇ ਪੜ੍ਹਨਾ, ਫਿਰ ਉਹਨੂੰ ਐਵੇਂ ਅੱਗੇ ਸਰਕਾਏ ਜਾਣਾ, ਉਹ ਥੱਲੇ ਢੇਰ ਲੱਗਿਆ ਹੁੰਦਾ ਸੀ ਇਸ ਤਰ੍ਹਾਂ। ਹਾਲਾਂਕਿ ਮੈਂ ਉਸ ਪ੍ਰੋਗਰਾਮ ਵਿੱਚ ਜ਼ਿਕਰ ਵੀ ਕਰਿਆ ਕਰਦਾ ਸੀ ਵੀ ਜਿਹੜਾ ਮੈਂ ਇਸ ਵਕਤ ਖਤ ਪੜ੍ਹ ਰਿਹਾ ਟਿਸ਼ੂ ਪੇਪਰ 'ਤੇ, ਔਰ ਇਹ ਇੰਨੇ ਫੁੱਟ ਲੰਬਾ ਹੈ ਘੱਟ ਤੋਂ ਘੱਟ, ਇਸ ਤਰ੍ਹਾਂ ਕਰਕੇ ਮਤਲਬ ਇੰਨਾ ਪਿਆਰ ਔਰ ਰੰਗ ਬਿਰੰਗਾ ਸਜਾ ਕੇ, ਮਤਲਬ ਤੁਸੀਂ, ਮੈਂ ਇੱਕ ਗੱਲ ਕਿਹਾ ਕਰਨਾ ਕਿ ਉਸ ਮੁਲਕ ਦੇ ਜਿਹਨੂੰ ਪਾਕਿਸਤਾਨ ਆਪਾਂ ਕਹਿੰਦੇ ਹਾਂ, ਉਹਨੂੰ ਉਹਦੇ ਲਿਸਨਰ ਹੈ, ਉਹਨਾਂ ਦੇ ਖਤਾਂ ਨੂੰ ਤੁਸੀਂ ਪੜ੍ਹੋ ਅਤੇ ਤੁਹਾਨੂੰ ਇਹ ਨਾ ਦੱਸਿਆ ਜਾਵੇ ਵੀ ਕਿਸ ਮੁਲਕ ਦੇ, ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਉਸ ਮੁਲਕ ਦੇ ਰਹਿਣ ਵਾਲੇ ਨੇ ਪਿਆਰ ਜ਼ਾਹਿਰ ਕੀਤਾ ਜਿਹਦੇ ਨਾਲ ਸਾਡੇ ਕੋਈ ਤਾਲੁਕਾਤ ਜਿਹੜੇ ਨੇ ਕਦੇ ਠੀਕ ਨਹੀਂ ਰਹੇ।
ਠੀਕ ਹੈ ਜੀ ਤੁਹਾਡੀ। ਇਸ ਕਰਕੇ ਕਦੇ ਕਦੇ ਲੱਗਦਾ ਹੈ ਕਿ ਜਿਸ ਪ੍ਰੋਗਰਾਮ ਦਾ ਜਿਹੜਾ ਮਕਸਦ ਸੀ ਨਾ, ਪਿਆਰ ਮੁਹੱਬਤ ਦੀ ਬ੍ਰਿਜ ਨੂੰ ਬਣਾਉਣਾ, ਇੱਕ ਪੁਲ ਨੂੰ ਬਣਾਉਣਾ ਇਨਸਾਨ ਤੇ ਇਨਸਾਨ ਦੇ ਨਾਲ ਜੋੜਨ ਵਾਸਤੇ, ਕਿਉਂਕਿ ਇਨਸਾਨ ਤੇ ਇਨਸਾਨ ਨਾਲ ਜਦੋਂ ਜੋੜਿਆ ਜਾਂਦਾ ਉਦੋਂ ਫਿਰ ਕੋਈ ਹੱਦਾਂ ਸਰਹੱਦਾਂ ਨਹੀਂ ਰਹਿੰਦੀਆਂ। ਨਹੀਂ ਉਹ ਤਾਂ ਇਨਸਾਨ ਮਤਲਬ ਬੰਦਾ ਕਿੱਥੇ ਵੀ ਹੈ ਉੱਥੋਂ ਤੱਕ ਗੱਲ ਪਹੁੰਚ ਰਹੀ ਹੈ ਔਰ ਉਹ ਅਪੀਲ ਕਰ ਰਹੀ ਹੈ, ਬਸ ਉਹ ਪਿਆਰ ਮੁਹੱਬਤ ਉਹ ਬਣੇ, ਉਹਦੇ 'ਚ ਉਹ ਲੱਗਦਾ ਹੈ ਕਾਫੀ ਕੁਝ ਹਾਸਲ ਹੋਇਆ। ਬਿਲਕੁਲ, ਉੱਥੇ ਫਿਰ ਸਰਹੱਦਾਂ ਨਹੀਂ ਰਹਿ ਜਾਂਦੀ, ਉੱਥੇ ਇੱਕ ਦਿਲ ਨਾਲ ਦਿਲ ਦੀ ਤਾਰ ਹੈ ਮਤਲਬ। ਬਸ। ਤੇ ਚੱਡਾ ਜੀ ਆਪਾਂ ਗੱਲ ਕਰਦੇ ਆਂ, ਵਿਰਸੇ ਦਾ ਜ਼ਿਕਰ ਚੱਲਿਆ, ਤੇ ਮੇਰਾ ਪਰਸਨਲੀ ਵੀ ਆ ਮੰਨਣਾ ਵੀ ਅੱਜ ਦੇ ਦਿਨ ਪੰਜਾਬੀ ਗਾਇਕੀ ਦੇ ਬੋਰਡ ਬਾਬਾ ਗੁਰਦਾਸ ਮਾਨ ਜੀ ਨੂੰ ਕਿਹਾ ਜਾਂਦਾ, ਜਿਨ੍ਹਾਂ ਨੂੰ ਬਾਬਾ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ। ਉਹਨਾਂ ਨੇ ਇੱਕ ਲਾਈਵ ਸ਼ੋਅ ਚੱਲ ਰਿਹਾ ਸੀ ਜਿੱਥੇ ਉਹਨਾਂ ਨੇ ਗਾਣਾ ਉਹ ਚੱਲ ਰਿਹਾ ਸੀ, ਯਾਰ ਪੰਜਾਬੀ ਹੈ ਮੇਰਾ ਪਿਆਰ ਪੰਜਾਬੀ ਹੈ, ਤੇ ਤੁਹਾਡੇ ਯਾਦ ਹੋਊਗਾ ਉਹਦੇ ਵਿੱਚ ਉਹਨਾਂ ਨੇ ਵੀ ਤੁਹਾਡਾ ਜ਼ਿਕਰ ਕਰਿਆ ਸੀ, ਤੇ ਆਹ ਚੀਜ਼ ਤੁਸੀਂ ਰੇਡੀਓ ਚੈਨਲ ਤੇ ਸੁਣਾਈ ਵੀ ਸੀ, ਤਾਂ ਕਿੱਦਾਂ ਦਾ ਮਹਿਸੂਸ ਹੋਇਆ? ਉਹ ਦਰਅਸਲ ਕੀ ਸੀ, ਜਿਸ ਦਿਨ ਗੰਗਾਨਗਰ ਪ੍ਰੋਗਰਾਮ ਸੀ ਉਹਨਾਂ ਦਾ, ਇੱਕ ਅਖਾੜਾ ਸਮਝ ਲਓ, ਪਿੰਡਾਂ 'ਚ ਅਖਾੜੇ ਹੁੰਦੇ, ਸ਼ਹਿਰਾਂ 'ਚ ਕੰਸਰਟ ਬਣ ਜਾਂਦੀ, ਉੱਥੇ ਪ੍ਰੋਗਰਾਮ ਸੀ ਉਹਨਾਂ ਦਾ। ਉਹ ਪ੍ਰੋਗਰਾਮ 'ਚ ਮੈਂ ਤਾਂ ਜਾ ਨਹੀਂ ਪਾਇਆ ਕਿਉਂਕਿ ਸਾਡੇ ਇੱਕ ਸਾਥੀ ਸੀ, ਉਦੋਂ ਉਹਨਾਂ ਦਾ ਕੋਈ ਪਾਰਟੀ ਸੀ ਕਿ ਰਿਟਾਇਰਮੈਂਟ ਸੀ, ਕੁਝ ਇਸ ਤਰ੍ਹਾਂ ਦਾ ਇੱਕ ਆਯੋਜਨ ਜਿਹਾ ਸੀਗਾ, ਅਤੇ ਉਹ ਅਸੀਂ ਰਾਤੀ ਡਿਨਰ ਵਿਨਰ ਕਰਕੇ ਕੋਈ 11-12 ਵਜੇ ਹੋਣੇ ਸ਼ਾਇਦ, ਡਿਨਰ ਕਰਕੇ ਅਸੀਂ ਫਾਰਿਗ ਹੋਏ ਸਾਰੇ, ਅਤੇ ਮੇਰੇ ਕੋਲ ਇੱਕ ਕਾਲ ਆਇਆ ਅਤੇ ਉਹ ਗੰਗਾਨਗਰੋਂ ਲੋਕਲ ਸਾਡੇ ਇੱਥੋਂ ਦੇ ਮੇਰੇ ਇੱਕ ਮਿੱਤਰ ਸੀ, ਉਹਨਾਂ ਦਾ ਕਾਲ ਆਇਆ ਕਿ ਭਾਈ ਸਾਹਿਬ ਕਿੱਥੇ ਹੋ ਤੁਸੀਂ? ਮੈਂ ਕਿਹਾ ਜੀ ਮੈਂ ਤਾਂ ਸੂਰਤਗੜ੍ਹ ਹਾਂ। ਕਿ ਤੁਸੀਂ ਗੰਗਾਨਗਰ ਨਹੀਂ ਆਏ? ਮੈਂ ਕਿਹਾ ਜੀ ਕਿਵੇਂ? ਕਿਹਾ ਜੀ ਗੁਰਦਾਸ। ਮੈਂ ਕਿਹਾ ਹਾਂਜੀ ਹਾਂ, ਗੁਰਦਾਸ ਮਾਨ ਦਾ ਪ੍ਰੋਗਰਾਮ, ਜੋ ਮੈਂ ਆ ਨਹੀਂ ਪਾਇਆ ਜੀ, ਥੋੜ੍ਹਾ ਜਿਹਾ ਮੈਂ ਬਿਜ਼ੀ ਸੀ, ਜਿਹਦੇ ਨਾਲ 20 ਸਾਲ ਕੱਟੇ ਉਹਦਾ ਇੱਕ ਉਹ ਅੱਜ ਇੰਨਾ ਲੰਬਾ ਚੌੜਾ ਆਯੋਜਨ ਕਰ ਰਿਹਾ, ਤਾਂ ਮੈਂ ਉਹ 'ਚ ਰਾਹ ਰਵਾਂ, ਚੰਗਾ ਨਹੀਂ ਲੱਗਦਾ। ਅਤੇ ਉਹ ਕਹਿੰਦਾ ਜੀ ਮੈਂ ਨਾ ਤੁਸੀਂ ਬਸ ਮੈਨੂੰ ਮੇਰੇ ਅੱਖਾਂ 'ਚੋਂ ਨਾ ਮੇਰੇ ਆਂਸੂ ਆ ਰਹੇ ਅਤੇ ਮੈਨੂੰ ਰੋਣਾ ਆ ਰਿਹਾ। ਮੈਂ ਕਿਹਾ ਕੀ ਗੱਲ ਹੋ ਗਈ? ਮੈਂ ਘਬਰਾ ਗਿਆ ਅਤੇ ਕਹੇ ਜੀ ਮੈਂ ਨਾ ਗੁਰਦਾਸ ਮਾਨ ਦੀ ਕੰਸਰਟ ਦੇ ਵਿੱਚ ਹਾਂ ਔਰ ਹੁਣੇ ਮੈਂ ਉੱਥੋਂ ਹੀ ਬੋਲ ਰਿਹਾ, ਅਤੇ ਉਹਨਾਂ ਦਾ ਗੀਤ ਚੱਲ ਰਿਹਾ ਸੀ ਯਾਰ ਪੰਜਾਬੀ ਹੈ, ਅਤੇ ਉਹ ਰੋਕ ਕੇ ਅਤੇ ਉਹਨਾਂ ਨੇ ਤੁਹਾਡਾ ਜ਼ਿਕਰ ਕੀਤਾ ਅੱਜ ਵੀ ਇਸ ਤਰ੍ਹਾਂ ਕਰਕੇ। ਮੈਂ ਕਿਹਾ ਜੀ ਬਹੁਤ ਵਧੀਆ, ਇਹ ਤਾਂ ਬੜੀ ਖੁਸ਼ੀ ਕਿ ਜੀ ਸਾਨੂੰ ਉਵੇਂ ਲੱਗਿਆ। ਉਹ ਬੰਦਾ ਮੈਨੂੰ ਕਹਿ ਰਿਹਾ ਕਿ ਮੈਨੂੰ ਇਵੇਂ ਲੱਗ ਰਿਹਾ ਜਿਵੇਂ ਮੇਰੀ ਤਾਰੀਫ ਕੀਤੀ, ਕਿਉਂਕਿ ਉਹ ਮੇਰੇ ਨਾਲ ਜੁੜਿਆ ਸੀ, ਜਿਹੜਾ ਬੰਦਾ ਜੁੜਿਆ ਸੀ ਨਾ ਉਹ ਉਸੇ ਤਰੀਕੇ ਨਾਲ ਸੋਚ ਰਿਹਾ ਸੀ। ਅੱਛਾ, ਉਹ ਇੱਕ ਫੋਨ ਆਇਆ, ਉਸ ਤੋਂ ਬਾਅਦ ਆਹ ਕੰਡੀਸ਼ਨ ਹੋ ਗਈ ਕਿ 2 ਵਜੇ ਤੱਕ ਮੇਰੇ ਕੋਲ ਗੰਗਾਨਗਰੋਂ ਘੱਟ ਤੋਂ ਘੱਟ ਨਹੀਂ ਤਾਂ 50 ਲੋਕਾਂ ਨੇ ਕਾਲ ਕਰਤਾ ਕਿ ਯਾਰ ਇਸ ਤਰ੍ਹਾਂ ਹੋਇਆ, ਤੁਸੀਂ ਆਏ ਨਹੀਂ, ਫਲਾਣਾ ਇਹ ਉਹ। 2 ਵਜੇ ਮੇਰੇ ਕੋਲ ਇੱਕ ਫੋਨ ਆਇਆ ਅਤੇ ਉਹਨਾਂ ਨੇ ਕਿਹਾ ਜੀ ਤੁਸੀਂ ਰਾਜੇਸ਼ ਚੱਡਾ ਬੋਲ ਰਹੇ ਹੋ? ਮੈਂ ਕਿਹਾ ਹਾਂਜੀ। ਮੈਂ ਕਿਹਾ ਜੀ ਤੁਸੀਂ? ਅਤੇ ਕਿ ਮੈਂ ਨਾ ਮਤਲਬ ਗੁਰਦਾਸ ਮਾਨ ਦਾ ਪੀਏ ਬੋਲ ਰਿਹਾ, ਅਮਰਜੀਤ ਇਸ ਤਰ੍ਹਾਂ ਦਾ ਕੋਈ ਨਾਂ ਸੀ ਉਹਨਾਂ ਦਾ। ਅਤੇ ਮੈਂ ਕਿਹਾ ਜੀ ਬੋਲੋ। ਕਿ ਜੀ ਬਸ ਮੈਂ ਨਾ ਮਾਨ ਸਾਹਿਬ ਨੇ ਕਿਹਾ ਸੀ ਵੀ ਇਹ ਨੰਬਰ ਕਨਫਰਮ ਕਰਨ ਵਾਸਤੇ ਬਈ ਤੁਸੀਂ ਤੁਹਾਡੇ ਨਾਲ ਗੱਲ ਕਰਨੀ ਉਹਨਾਂ ਨੇ। ਮੈਂ ਕਿਹਾ ਜੀ ਜ਼ਰੂਰ, ਕਿ ਸਵੇਰੇ ਗੱਲ ਕਰਾਂਗੇ, ਹੁਣ ਤਾਂ ਲੇਟ ਕੰਮ। ਮੈਂ ਕਿਹਾ ਜੀ ਠੀਕ ਹੈ, ਕੋਈ ਗੱਲ ਨਹੀਂ। ਕਹਿ ਰੋ ਸੋ ਅਗਲੇ ਦਿਨ ਸਵੇਰੇ 8-9 ਵਜੇ ਦੇ ਆਸ-ਪਾਸ ਗੁਰਦਾਸ ਮਾਨ ਨੇ ਉਸੇ ਨੰਬਰ 'ਤੇ ਕਾਲ ਕੀਤੀ। ਫਿਰ ਉਹਨਾਂ ਨੇ ਦੱਸਿਆ ਵੀ ਮੈਂ ਐਵੇਂ ਇਤਫਾਕਨ ਰੇਡੀਓ ਸੁਣ ਰਿਹਾ ਸੀ ਅਤੇ ਮੈਨੂੰ ਅੱਛਾ ਲੱਗਿਆ, ਤੁਸੀਂ ਗੀਤ ਵੀ ਸੁਣਾਇਆ ਚੱਡਾ, ਅਤੇ ਉਹਦਾ ਵੀ ਮੈਂ ਜ਼ਿਕਰ ਕੀਤਾ। ਕੱਲ੍ਹ ਤੁਸੀਂ ਪ੍ਰੋਗਰਾਮ 'ਚ ਆਏ ਨਹੀਂ, ਕਾਫੀ 5-7 ਮਿੰਟ ਉਹਨਾਂ ਨੇ ਗੱਲਾਂ ਕੀਤੀਆਂ। ਫਿਰ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਸੀ ਇੱਥੇ ਐਲਨਾਬਾਦ ਗੁਰਦਾਸ ਮਾਨ ਦਾ, ਅਤੇ ਉੱਥੇ ਮੈਂ ਚੀਫ ਗੈਸਟ ਸੀ। ਉੱਥੇ ਮੈਂ ਗਿਆ। ਉਦੋਂ ਫਿਰ ਮੈਨੂੰ ਗੁਰਦਾਸ ਮਾਨ ਦੇ ਨਾਲ ਜਿੱਥੇ ਰੁਕੇ ਸੀ ਮੈਂ ਵੀ ਉੱਥੇ ਹੀ ਪਹੁੰਚ ਗਿਆ ਸੀ ਉਹਨਾਂ ਕੋਲ। ਘੰਟਾ-2 ਘੰਟਾ ਉਹਨਾਂ ਦੇ ਨਾਲ ਬੈਠਣ ਦਾ, ਨਾਲ ਹੀ ਉਹਨਾਂ ਦੇ ਫਿਰ ਸਟੇਜ ਤੱਕ ਮੈਂ 2-1 ਘੰਟੇ ਉਹਨਾਂ ਦਾ ਸੰਸਰ ਗਿਆ ਨਾਲ ਹੀ। ਉੱਥੇ ਉਹਨਾਂ ਨੂੰ ਫਿਰ ਲਾਈਵ ਔਰ ਖੂਬ ਗੱਲਾਂ ਬਾਤਾਂ ਕੀਤੀਆਂ। ਮੈਂ ਹੈਰਾਨ ਹੋਇਆ ਉਸ ਬੰਦੇ ਨੂੰ ਦੇਖ ਕੇ ਕਿ ਅਗਰ ਉਹ ਬੰਦਾ ਇੰਨੀਆਂ ਛੋਟੀਆਂ ਗੱਲਾਂ 'ਤੇ ਧਿਆਨ ਰੱਖਦਾ, ਅਤੇ ਤੁਸੀਂ ਯਕੀਨ ਮੰਨੋ ਉਸ ਬੰਦੇ ਦੀ ਅੱਜ ਵੀ ਆਹ ਸਥਿਤੀ ਹੈ। ਜਿਹੜੇ ਤੁਸੀਂ ਅਗਰ ਮਿਲੇ ਹੋ ਅਤੇ ਜਿਹੜੇ ਸਾਥੀ ਸਾਡੇ ਮਿਲੇ ਹੈ ਉਹ ਦੇਖਣਗੇ, ਮੈਂ ਉਸ ਉਮਰ ਦੇ ਵਿੱਚ, ਮੇਰੇ ਤੋਂ ਵੀ ਘੱਟ ਤੋਂ ਘੱਟ 10-12 ਸਾਲ 15 ਸਾਲ ਵੱਡੇ ਹੋਣਗੇ ਉਹ, ਲੇਕਿਨ ਇਸ ਉਮਰ ਦੇ ਵਿੱਚ ਉਹ ਫੁਰਤੀ ਮੇਰੇ 'ਚ ਨਹੀਂ, ਚੱਲਣ ਦੇ ਵਿੱਚ ਜਾਂ ਉੱਠਣ ਬੈਠਣ ਦੇ ਵਿੱਚ ਜਿਹੜੀ ਕਿ ਉਹਨਾਂ ਦੇ ਵਿੱਚ ਇੰਨਾ ਫਿੱਟ ਆਪਣੇ ਆਪ ਨੂੰ ਉਹਨਾਂ ਨੇ ਰੱਖ ਰੱਖਿਆ। ਹੈਰਾਨੀ ਦੀ ਗੱਲ, ਰੱਬ ਵੱਡੀ ਉਮਰ ਕਰੇ ਉਸ ਬੰਦੇ ਦੀ। ਬਿਲਕੁਲ ਜੀ। ਅਤੇ ਸਰ ਜਿਵੇਂ ਤੁਹਾਡੀ ਆਵਾਜ਼ ਆ, ਆਵਾਜ਼ ਨੂੰ ਸਾਰੇ ਜਾਣਦੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਕਦੇ ਇਹੋ ਜਿਹਾ ਵਾਕਿਆ ਹੋਇਆ ਵੀ ਕਦੇ ਬੱਸ 'ਚ ਜਾ ਰਹੇ ਹੋ ਅਤੇ ਕਨੈਕਟਰ ਨੇ ਕਿਹਾ ਹੋਵੇ ਜਦੋਂ ਟਿਕਟ ਮੰਗਣ ਲੱਗੇ, ਜਾਂ ਜਿਵੇਂ ਬਾਈ ਫੇਸ ਨਹੀਂ ਜਾਣਦੇ ਲੋਕ ਰੇਡੀਓ ਦੇ ਉੱਤੇ, ਅਤੇ ਆਵਾਜ਼ ਸੁਣ ਕੇ ਕਿਸੇ ਨੇ ਪਛਾਣਿਆ ਹੋਵੇ ਵੀ ਆਵਾਜ਼ ਸੁਣੀ ਲੱਗਦੀ ਹੈ, ਇੱਦਾਂ ਦਾ ਕੋਈ ਕਿੱਸਾ ਕਦੇ ਜ਼ਿੰਦਗੀ ਦੇ ਵਿੱਚ ਵਾਪਰਿਆ ਹੋਵੇ? ਜੇ ਬਹੁਤ ਹੋਏ, ਐਸੇ ਕਿੱਸੇ ਬਹੁਤ ਹੋਏ, ਮਤਲਬ ਜਿਹਦੀ ਕੋਈ ਗਿਣਤੀ ਨਹੀਂ ਹੈ। ਕਿਉਂਕਿ ਉਹਦੀ ਵਜ੍ਹਾ ਤੁਸੀਂ ਠੀਕ ਕਿਹਾ ਕਿ ਵੀ ਆਵਾਜ਼ ਤੋਂ ਬੰਦਾ ਪਛਾਣਦਾ। ਫਿਰ ਉਸ ਪ੍ਰੋਗਰਾਮ ਦੀ ਪੋਪੂਲੈਰਿਟੀ ਇੰਨੀ ਹੋ ਗਈ ਕਿ ਉਹਦੇ ਨਾਲ ਥੋੜ੍ਹਾ
ਅਲੱਗ ਹੋ ਗਿਆ ਕਿ ਬਈ ਪਛਾਣ ਵੀ ਅਲੱਗ ਬਣ ਗਈ। ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਸੀ ਬੱਸਾਂ 'ਚ ਵੀ ਨਹੀਂ, ਪ੍ਰੋਗਰਾਮ ਜਿੱਥੇ ਕਿਸੇ ਤੁਸੀਂ ਆਪਣੇ ਘਰ ਦੇ ਕਿਸੇ ਫੰਕਸ਼ਨ 'ਚ ਗਏ ਹੋ, ਉੱਥੇ ਗੈਸਟ ਆ ਰਹੇ, ਜਾਂ ਕਿਸੇ ਦੂਸਰੇ ਦੇ ਫੰਕਸ਼ਨ ਤੁਸੀਂ ਗਏ ਹੋ, ਉੱਥੇ ਕੁਝ ਲੋਕ ਆ ਰਹੇ, ਤੇ ਉਹ ਬੋਲ ਕੇ ਆਵਾਜ਼ ਸੁਣ ਕੇ ਇਸ ਤਰ੍ਹਾਂ। ਸਰ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਜਿਸ ਨੂੰ ਹਲੇ ਤੱਕ ਰਾਜੇਸ਼ ਚੱਡਾ ਜੀ ਮਿਸ ਕਰਦੇ? ਐਸੀ ਬਹੁਤ ਸਾਰੀਆਂ ਚੀਜ਼ਾਂ ਆ। ਦੇਖੋ ਜ਼ਿੰਦਗੀ ਇਹ ਤਾਂ ਇਤਫਾਕ ਹੈ ਕਿ ਬੰਦਾ ਆਪਣੇ ਆਪਣੇ ਕੰਮ ਨਾਲ ਜੁੜਿਆ ਹੁੰਦਾ। ਮੈਂ ਰੇਡੀਓ ਨਾਲ ਜੁੜਿਆ, ਅਤੇ ਰੇਡੀਓ ਦੀ ਜ਼ਿੰਦਗੀ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਬਹੁਤ ਸਾਰੇ ਐਸੇ ਵਾਕੇ। ਆਪਣੀ ਪਰਸਨਲ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਆਦਮੀ ਮਿਸ ਕਰਦਾ। ਔਰ ਮਿਸ ਕਰਨਾ ਹੁੰਦਾ ਹੈ ਕਿ ਜੈਸੇ ਆਪਾਂ ਕਿਸੇ ਬੰਦੇ ਨਾਲ ਮਿਲਣਾ ਚਾਹੀਏ ਔਰ ਇਤਫਾਕਨ ਮਿਲ ਨਾ ਪਾਈਏ, ਅਤੇ ਉਹ ਇੱਕ ਅਫਸੋਸ ਮਨ ਦੇ ਵਿੱਚ ਰਹਿ ਜਾਂਦਾ। ਅਤੇ ਉਹ ਸਭ ਤੋਂ ਵੱਡਾ ਅਫਸੋਸ ਮੇਰਾ ਜਿਹੜਾ ਰਿਹਾ ਨਾ, ਕਿ ਜਦੋਂ ਇੱਕ ਪੰਜਾਬੀ ਦਾ ਇੱਕ ਸ਼ਾਇਰ ਹੈ ਸ਼ਿਵ ਬਟਾਲਵੀ, ਬਿਲਕੁਲ ਸ਼ਿਵ ਬਟਾਲਵੀ ਨੂੰ ਮੇਰਾ ਉਹ ਪਸੰਦੀਦਾ ਕਵੀ ਹੈ ਦਰਅਸਲ। ਅਤੇ ਮੈਂ ਉਹਦੇ 'ਤੇ ਪੂਰੀ ਕਿੰਨੇ ਹੀ ਪ੍ਰੋਗਰਾਮ ਕੀਤੇ। ਜ਼ਿੰਦਗੀ ਦੇ ਵਿੱਚ ਇਹ ਰਿਹਾ ਕਿ ਮੈਂ ਉਸ ਬੰਦੇ ਨਾਲ ਮਿਲ ਨਹੀਂ ਪਾ। ਹਾਲੇ ਬਹੁਤ ਸਾਰਾ ਕੁਝ ਕੰਮ ਹੁਣ ਵੀ ਮੈਂ ਕੰਮ ਕਰ ਰਿਹਾ ਉਹਨਾਂ ਦੇ ਪੰਜਾਬੀ ਗੀਤਾਂ ਦਾ ਹਿੰਦੀ ਭਾਵਾਨੁਵਾਦ ਕਰ ਰਿਹਾ ਮੈਂ, ਤਾਂ ਕਿ ਉਹ ਦੇਵਨਾਗਰੀ 'ਚ ਪੜ੍ਹਨ ਵਾਲਿਆਂ ਤੱਕ ਪਹੁੰਚੇ। ਇਹ ਇੱਕ ਅਫਸੋਸ ਬੜਾ ਜ਼ਬਰਦਸਤ ਹੈ ਕਿ ਸ਼ਿਵ ਨੂੰ ਮਿਲ ਨਹੀਂ ਪਾਇਆ, ਬਟਾਲਵੀ ਸਾਹਿਬ ਨੂੰ ਨਹੀਂ ਮਿਲ ਸਕੇ। ਅਕਸਰ ਜਦੋਂ ਵੀ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਚੱਲਦਾ ਸੀ ਤਾਂ ਸ਼ਾਇਰੀ ਬਹੁਤ ਜ਼ੋਰਾਂ ਸ਼ੋਰਾਂ ਨਾਲ ਉਹ ਉੱਭਰ ਕੇ ਆਉਂਦੀ ਸੀ, ਅਤੇ ਕੁਝ ਕੁ ਲਾਈਨਾਂ ਜ਼ਰੂਰ ਸਾਡੇ ਸਰੋਤਿਆਂ ਲਈ, ਸਾਡੇ ਦਰਸ਼ਕਾਂ ਲਈ। ਉਹਦਾ ਕੀ ਹੁੰਦਾ ਕਿ ਜਿਵੇਂ ਤੁਸੀਂ ਤੁਹਾਨੂੰ ਕੁਛ ਅਗਰ ਗੱਲ ਕਹਿਣੀ ਹੈ ਨਾ, ਅਤੇ ਉਸ ਤੋਂ ਪਹਿਲਾਂ ਕਹਿ ਉਹੀ ਬੰਦਾ ਸਕਦਾ ਜਿਹਦੇ ਕੋਲ ਹੋਵੇ, ਬਿਲਕੁਲ, ਹੈ ਨਾ। ਅਤੇ ਤੁਹਾਨੂੰ ਪੜ੍ਹਨਾ ਬੜਾ ਜ਼ਰੂਰੀ ਹੈ। ਜਿਹੜਾ ਅਧਿਐਨ ਹੈ, ਪੜ੍ਹਨਾ ਹੈ, ਸਟੱਡੀ ਹੈ, ਉਹ ਬੜੀ ਜ਼ਰੂਰੀ। ਇਹ ਨਹੀਂ ਕਿ ਤੁਸੀਂ ਕਿਸੇ ਕੰਪੀਟੀਸ਼ਨ ਦੇ ਵਿੱਚ ਬੈਠਣਾ ਹੈ ਉਹਦੇ ਵਾਸਤੇ ਤੁਸੀਂ ਪੜ੍ਹੋ। ਆਪਣੀ ਜ਼ਿੰਦਗੀ ਨੂੰ ਵੀ ਅਗਰ ਤੁਸੀਂ ਸਮਰਿੱਧ ਕਰਨਾ ਚਾਹੁੰਦੇ ਹੋ ਨਾ, ਤਾਂ ਵੀ ਤੁਹਾਨੂੰ ਜੀਣ ਦਾ ਸਲੀਕਾ ਵੀ ਅਗਰ ਲੈਣਾ ਨਾ, ਅਤੇ ਤੁਹਾਨੂੰ ਉਹ ਤੁਹਾਨੂੰ ਪੜ੍ਹਨ 'ਤੇ ਹੀ ਮਿਲੇਗਾ। ਸੂਫੀਆਂ ਨੇ ਕੀ ਗੱਲਾਂ ਕਹੀਆਂ, ਕਿਵੇਂ ਕਹੀਆਂ, ਕੀ ਉਹਦਾ ਮਤਲਬ ਰਿਹਾ, ਉਹਦੀ ਗਹਿਰਾਈ ਤੱਕ ਆਪਾਂ ਪਹੁੰਚਾਂਗੇ ਨਾ, ਔਰ ਫਿਰ ਉਹਨੂੰ ਜ਼ਿੰਦਗੀ ਦੇ ਵਿੱਚ ਜਦੋਂ ਉਤਾਰਾਂਗੇ ਆਪਾਂ, ਤਾਂ ਜੀਣ ਦਾ ਮਜ਼ਾ ਹੀ ਅਲੱਗ ਹੋ ਜਾਂਦਾ। ਫਿਰ ਉਹ ਆਨੰਦ ਹੀ ਅਲੱਗ ਹੈ ਬਿਲਕੁਲ। ਇਸ ਕਰਕੇ ਉਹ ਚੀਜ਼ਾਂ ਮੈਂ ਹਮੇਸ਼ਾ ਉਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਰੇਡੀਓ 'ਤੇ, ਚਾਹੇ ਉਹ ਪ੍ਰੋਗਰਾਮ ਦੇ ਜ਼ਰੀਏ, ਔਰ ਪਰਸਨਲੀ ਵੀ ਅਗਰ ਮੈਂ ਕਿਸੇ ਨਾਲ ਹਮੇਸ਼ਾ ਉਹੀ ਗੱਲ ਕਹੀ ਜਿਹਨੂੰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖੁਦ ਦੇ ਉੱਪਰ ਇੰਪਲੀਮੈਂਟ ਕੀਤਾ, ਜਿਹਨੂੰ ਮੈਂ ਅਪਲਾਈ ਕੀਤਾ, ਜਿਹਦਾ ਮੈਂ ਫੋਲੋ ਕੀਤਾ, ਜਿਹਦਾ ਮੈਂ ਅਨੁਸਰਨ ਕੀਤਾ, ਜਿਹੜਾ ਜ਼ਿੰਦਗੀ ਦੇ ਵਿੱਚ ਮੈਂ ਆਪਣੀ ਰੂਹ ਤੱਕ ਉਤਾਰਿਆ ਜਿਹਨੂੰ। ਅਤੇ ਇਸ ਤਰ੍ਹਾਂ ਕਾਫੀ ਸਾਰੇ ਐਸੇ ਸੂਫੀ ਸੰਤ ਹੋਏ ਜਿਨ੍ਹਾਂ ਨੇ ਬਹੁਤ ਜ਼ਿਆਦਾ ਮੁਤਾਸਰ ਕੀਤਾ ਮੈਨੂੰ। ਜੇ ਬੁੱਲੇ ਸ਼ਾਹ ਹੋ ਗਿਆ, ਬਾਬਾ ਫਰੀਦ ਹੋ ਗਏ, ਬਾਬਾ ਨਾਨਕ ਹੋ ਗਏ, ਐਸੇ ਲੋਕਾਂ ਨੇ ਬਹੁਤ ਜ਼ਿਆਦਾ ਮੁਤਾਸਰ ਕੀਤੇ। ਉਹਨਾਂ ਦੀਆਂ ਗੱਲਾਂ ਅਕਸਰ ਕੀ ਕਿ ਮੈਨੂੰ ਲੱਗਦਾ ਸੀ ਕਿ ਮੈਂ ਉਹਨਾਂ ਨੂੰ ਉਹ ਗੱਲਾਂ ਨੂੰ ਸ਼ੇਅਰ ਕਰਾਂ, ਸਾਂਝੀ ਕਰਾਂ, ਕਿਉਂਕਿ ਅੱਜ ਦੇ ਸੋਚਣ ਦਾ ਤਰੀਕਾ ਔਰ ਉਸ ਵਕਤ ਸੋਚਣ ਦਾ ਤਰੀਕਾ ਗੱਲ ਇੱਕੋ ਹੀ ਹੈ, ਪਰ ਸੋਚਣ ਦਾ ਤਰੀਕਾ ਜਿਹੜਾ ਨਾ ਉਹ ਤੁਹਾਡੇ ਗੱਲ ਦੇ ਮਤਲਬ ਬਦਲ ਦਿੰਦਾ। ਬੁੱਲੇ ਸ਼ਾਹ ਦੀ ਕਾਫੀ ਹੈ, ਬਿਲਕੁਲ। ਉਹਨੇ ਕਿਹਾ ਕਿ ਕੱਤ ਕੁੜੇ ਨਾ ਵੱਤ ਕੁੜੇ, ਕੱਤ ਕੁੜੇ ਨਾ ਵੱਤ ਕੁੜੇ, ਜੇ ਪੂਣੀ ਪੂਣੀ ਕੱਤੇਂਗੀ ਤਾਂ ਨੰਗੀ ਮੂਲ ਨਾ ਵੱਤੇਂਗੀ, ਜੇ ਦਾਜ ਬਿਹੂਣੀ ਜਾਵੇਂਗੀ ਉੱਥੇ ਸ਼ਹੁ ਨੂੰ ਕਿਵੇਂ ਰਜਾਵੇਂਗੀ, ਕੁਝ ਲੈ ਫਕਰਾਂ ਦੀ ਮੱਤ ਕੁੜੇ, ਕੱਤ ਕੁੜੇ ਨਾ ਵੱਤ ਕੁੜੇ। ਹੁਣ ਦੇਖੋ ਉਹਦਾ ਵਿਸਤਾਰ ਬੁੱਲੇ ਸ਼ਾਹ ਨੇ ਕੀ ਕੀਤਾ ਕਿ ਇੱਕ ਤ੍ਰਿੰਜਣ ਆਪਾਂ ਜਾਣਦੇ ਪੰਜਾਬੀ ਕਲਚਰ ਹੈ, ਉਹ ਤ੍ਰਿੰਜਣ ਦੇ ਵਿੱਚ ਪੰਜਾਬੀ ਬੱਚੀਆਂ ਜਿਹੜੀਆਂ ਹੈ ਉਹ ਆਪਣਾ ਹੀ ਦਾਜ ਤਿਆਰ ਕਰਦੀਆਂ, ਚਰਖਾ ਡਾ ਕੇ ਆਪਣੀ ਖੇਸੀ, ਆਪਣੇ ਜੋ ਵੀ ਚੀਜ਼ਾਂ ਬਣਾਉਣੀਆਂ ਉਹ ਚਾਦਰਾਂ ਉਹ ਕਰਕੇ ਅਤੇ ਤਿਆਰ ਕਰਨਾ ਉਹਦਾ। ਔਰ ਉਹ ਕਰਦੇ ਕਰਦੇ ਨਾ ਆਪਸ ਦੇ ਵਿੱਚ ਉਹ ਗੱਲਾਂ ਵੀ ਕਰਦੀਆਂ ਰਹਿੰਦੀਆਂ। ਔਰ ਇੱਕ ਕਿਉਂਕਿ ਉਹ ਸਾਰੀਆਂ ਕੁੜੀਆਂ ਹੁੰਦੀਆਂ, ਕਿਸੇ ਦੀ ਸਗਾਈ ਹੋਣ ਵਾਲੀ ਹੁੰਦੀ, ਕਿਸੇ ਦੀ ਹੋਈ ਹੁੰਦੀ, ਕਿਸੇ ਦੇ ਵਿਆਹ ਦੀ ਤਰੀਕ ਪੱਕੀ ਹੁੰਦੀ, ਉਹ ਆਪਸ ਦੇ ਵਿੱਚ ਮਜ਼ਾਕ ਕਰਦੀਆਂ ਬਈ ਤੂੰ ਅਬ ਤੇਰਾ ਤਾਂ ਪਤੀ ਐਵੇਂ ਅਤੇ ਮੈਂ ਐਵੇਂ, ਨਾਲ ਉਹ ਗੱਲ ਕਰਦੀਆਂ ਜਾਂਦੀਆਂ ਅਤੇ ਨਾਲ ਉਹ ਕੱਤਦੀਆਂ ਜਾਂਦੀਆਂ। ਬੁੱਲੇ ਸ਼ਾਹ ਨੇ ਅੱਛਾ ਉਹ ਉਹਨਾਂ ਦਾ ਦਾਜ ਹੁੰਦਾ, ਉਹ ਦਾਜ ਦੇ ਵਿੱਚ ਲੈ ਕੇ ਜਾਂਦੀਆਂ ਨੇ। ਦਾਜ ਬੰਦਾ ਲੈ ਕੇ ਜਾਂਦਾ ਇਸ ਕਰਕੇ ਵੀ ਉੱਥੇ ਜਾ ਕੇ ਘਰ ਦੇ ਵਿੱਚ ਘਰ ਵਾਲੇ ਵੀ ਸੁਖੀ ਰਹਿਣ, ਮੈਂ ਵੀ ਸੁਖੀ ਰਹਾਂ, ਉਹ ਖੁਸ਼ ਤਾਂ ਮੈਂ ਵੀ ਖੁਸ਼। ਬੁੱਲੇ ਸ਼ਾਹ ਨੇ ਇਸ ਦੁਨੀਆ ਨੂੰ ਤ੍ਰਿੰਜਣ ਦੱਸਿਆ। ਬਿਲਕੁਲ ਇਹ ਪੂਰੀ ਦੁਨੀਆ ਤ੍ਰਿੰਜਣ ਹੈ, ਅਸੀਂ ਆਪਣਾ ਆਪਣਾ ਚਰਖਾ ਡਾ ਕੇ ਬੈਠੇ ਹਾਂ। ਤਾਂ ਉਹ ਕਹਿੰਦਾ ਕੱਤ ਕੁੜੇ ਨਾ ਵੱਤ ਕੁੜੇ, ਤੂੰ ਸਿਰਫ ਕੱਤੀ ਚੱਲ, ਗੱਲ ਨਾ ਕਰ, ਕੱਤ ਕੁੜੇ ਨਾ ਵੱਤ ਕੁੜੇ, ਜੇ ਪੂਣੀ ਪੂਣੀ ਕੱਤੇਂਗੀ ਤਾਂ ਨੰਗੀ ਮੂਲ ਨਾ, ਪੂਣੀ ਪੂਣੀ ਕੱਤੇਂਗੀ ਨਾ ਕੁਝ ਤਿਆਰ ਚੱਲਦਾ ਰਹੇਗਾ, ਦਾਜ ਬਣਦਾ ਰਹੇਗਾ। ਪੂਣੀ ਪੂਣੀ ਕੱਤੇਂਗੀ ਤਾਂ ਨੰਗੀ ਮੂਲ ਨਾ ਵੱਤੇਂਗੀ, ਵਸਤਰ ਹੋਣਗੇ, ਹੈ ਨਾ। ਜੇ ਦਾਜ ਬਿਹੂਣੀ ਚਾਹਵੇਂਗੀ ਤਾਂ ਉਹ ਕੱਤਣਾ ਜਿਹੜਾ ਹੈ ਉਹ ਸਾਡੇ ਕਰਮ ਹੈ। ਉਹ ਸਤਕਰਮ ਆਪਾਂ ਕੱਤੇ ਤਾਂ ਫਿਰ ਉਹ ਆਪਣਾ ਦਾਜ ਹੈ, ਸਤਕਰਮ ਆਪਾਂ ਜਾਣਾ ਜਿੱਥੇ
ਉਹ ਸਤਕਰਮ ਆਪਣਾ ਦਾਜ ਹੈ, ਤੇ ਦਾਜ ਵਿਹੂ ਨਹੀਂ ਜਾਵੇਂਗੀ ਉੱਥੇ ਸ਼ੌਹ ਨੂੰ ਕਿਵੇਂ, ਕਿਉਂਕਿ ਬੁੱਲੇ ਸ਼ਾਹ ਤਾਂ ਸ਼ੌਹ ਨੂੰ, ਰੱਬ ਨੂੰ ਸ਼ੌਹ ਕਹਿੰਦੇ ਨੇ, ਹੈ ਨਾ, ਉਹ ਕਹਿੰਦਾ ਉੱਥੇ ਸ਼ੌਹ ਨੂੰ ਕਿਵੇਂ ਰਜਾਵੇਂਗੀ, ਫਿਰ ਉਹ ਰੱਬ ਨੂੰ ਖੁਸ਼ ਕਿਵੇਂ ਕਰਨਗੇ, ਤੇ ਇਹ ਦਾਜ ਇਕੱਠਾ ਕਰ ਲੈ ਜੇ ਰੱਬ ਨੂੰ ਖੁਸ਼ ਕਰਨਾ। ਤਾਂ ਇਹ ਜ਼ਿੰਦਗੀ ਦਾ ਦਰਅਸਲ ਮਕਸਦ ਵੀ ਇਹੀ। ਬਿਲਕੁਲ। ਤੇ ਚੱਡਾ ਜੀ, ਮੈਂ ਤੁਹਾਡੀ ਗੱਲ ਨੂੰ ਵੱਡਾ ਕਰਦਾ। ਵਡਾਲੀ ਸਾਹਿਬ ਨੇ ਵੀ ਇੱਕ ਸੂਫੀ ਕਲਾਮ ਦੇ ਵਿੱਚ ਕਿਹਾ ਵੀ ਕੱਤਦੀ ਰਹਿ ਤੰਦ ਹਰ ਵੇਲੇ ਚਰਖੇ ਦੀ, ਖੋਰੇ ਕਿਹੜੀ ਤੰਦ ਮਨਜ਼ੂਰ ਹੋ ਜੇ। ਬਸ ਇਹ ਗੱਲ ਹੈ। ਮੈਂ ਕਹਿੰਦਾ ਉਹੀਓ ਗੱਲਾਂ ਸੂਫੀਆਂ ਨੇ ਆਪਣੇ ਤਰੀਕੇ ਨਾਲ ਰਲ ਫਕੀਰਾਂ, ਬੁੱਲੇ ਸ਼ਾਹ ਕਹਿੰਦਾ ਨਾ, ਰਲ ਫਕੀਰਾਂ ਮਜਲਿਸ ਕੀਤੀ, ਭੋਰਾ ਭੋਰਾ ਖਾਈਦਾ। ਬਿਲਕੁਲ। ਉਹ ਛੋਟੇ ਨੂੰ ਬਾਬਾ ਨਾਨਕ ਨੇ ਵੰਡ ਖਾਓ ਖੰਡ ਖਾਓ, ਵੰਡ ਛਕੋ, ਜਿਹੜੀ ਗੱਲ ਕਹੀ ਉਹੀ ਲੌਜਿਕ ਉੱਥੇ ਚੱਲਦਾ। ਬਿਲਕੁਲ। ਘੁੰਮ ਕੇ ਗੱਲ ਉੱਥੇ ਦੀ ਉੱਥੇ ਆਉਂਦੀ ਹੈ, ਬਸ ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ। ਲੇਕਿਨ ਸੂਫੀਆਨਾ ਤਰੀਕੇ ਨਾਲ ਜਿਹੜੀ ਗੱਲ ਕਹੀ ਗਈ ਹੈ ਉਹ ਮਜਾਜ਼ੀ ਤਰੀਕਾ ਹੋ ਹੀ ਨਹੀਂ ਸਕਦਾ, ਕਿਉਂਕਿ ਇਹ ਤਾਂ ਇਸ਼ਕ ਮਜਾਜ਼ੀ ਹੈ, ਉਹ ਇਸ਼ਕ ਹਕੀਕੀ ਹੈ। ਠੀਕ ਹੈ। ਤੇ ਸਰ, ਸਮੇਂ ਦੇ ਵਿੱਚ ਕੀ ਫਰਕ ਦੇਖਦੇ ਹੋ? ਜਿਵੇਂ ਪਹਿਲਾਂ ਵਾਲਾ ਸਮਾਂ ਸੀ ਇੱਕ ਅੱਜ ਦਾ ਸਮਾਂ, ਤਾਂ ਚੱਡਾ ਜੀ ਦੇ ਕੀ ਵਿਚਾਰ ਆ ਉਸ 'ਤੇ? ਦੇਖੋ, ਵਕਤ ਦੇ ਨਾਲ ਨਾ ਸਭ ਕੁਝ ਬਦਲਦਾ ਜਾਂਦਾ, ਔਰ ਇੱਕ ਹਰ ਇਨਸਾਨ ਦੀ ਇਹ ਫਿਤਰਤ ਹੈ ਕਿ ਪਿਛੋਕੜ ਜਿਹੜਾ ਹੈ ਨਾ, ਉਹ ਉਹਨੂੰ ਹਮੇਸ਼ਾ ਠੀਕ ਲੱਗਦਾ। ਜੋ ਵਕਤ ਬੀਤ ਗਿਆ ਨਾ, ਉਹ ਉਹਨੂੰ ਬਹੁਤ ਯਾਦ ਕਰਦਾ, ਫਲਾਣਾ ਐਵੇਂ ਸੀ, ਉਹ ਐਵੇਂ ਸੀ, ਉਵੇਂ। ਇਹ ਚੱਲਦਾ ਰਹੇਗਾ। ਆਪਣੇ ਬਜ਼ੁਰਗ ਹੈ ਜਿਹੜੇ, ਉਹ ਵੀ ਇਹ ਕਿਹਾ ਕਰਦੇ ਸੀ ਵੀ ਸਾਡਾ, ਉਹ ਤਾਂ ਕਦੇ ਕਦੇ ਇਹ ਵੀ ਕਹਿ ਦਿੰਦੇ ਵੀ ਅੰਗਰੇਜ਼ਾਂ ਦਾ ਜ਼ਮਾਨਾ ਬੜਾ ਚੰਗਾ ਸੀ, ਅੱਜ ਦਾ ਜ਼ਮਾਨਾ ਕੀ ਰਿਹਾ। ਦਰਅਸਲ ਕਹਿਣ ਦਾ ਮਕਸਦ ਹੈ ਕਿ ਜੋ ਚੀਜ਼ ਬੀਤ ਜਾਂਦੀ ਹੈ ਨਾ, ਉਹ ਹੱਥ ਨਹੀਂ ਆਉਂਦੀ। ਆਪਾਂ ਦਰਿਆ ਦੇ ਵਿੱਚ ਵੀ ਖੜੇ ਹੁੰਦੇ ਨਾ, ਇੱਕ ਲਹਿਰ ਜੇ ਆਪਾਂ ਨੂੰ ਛੂ ਕੇ ਚਲੀ ਗਈ ਨਾ, ਲਹਿਰ ਤਾਂ ਆਏਗੀ ਪਰ ਉਹ ਅਗਲੀ ਆਏਗੀ, ਜਿਹੜੀ ਟੱਪ ਗਈ ਉਹ ਤਾਂ ਟੱਪ ਗਈ, ਹੈ ਨਾ। ਤੇ ਜੋ ਕੁਝ ਬੀਤ ਗਿਆ ਨਾ, ਉਹ ਹਮੇਸ਼ਾ ਅੱਛਾ ਲੱਗਦਾ। ਅੱਛਾ, ਦੁੱਖ ਔਰ ਸੁੱਖ ਦੋਵੇਂ ਚੱਲਦੇ ਆ, ਤੇ ਦੁੱਖ ਹੈ ਉਹਨਾਂ ਨੂੰ ਕਦੀ ਆਦਮੀ ਯਾਦ ਨਹੀਂ ਕਰਨਾ ਚਾਹੁੰਦਾ, ਸੁੱਖ ਜਿਹੜੇ ਉਹ ਹਮੇਸ਼ਾ ਯਾਦ ਆਉਂਦੇ ਰਹਿੰਦੇ। ਵਕਤ ਦੇ ਮੁਤਾਬਿਕ ਇਹ ਅੱਜ ਦਾ ਜਿਹੜਾ ਦੌਰ ਹੈ, ਉੱਥੇ ਬਸ ਇੱਕ ਚੀਜ਼ ਸਭ ਤੋਂ ਵੱਡੀ ਜੋ ਪਰਿਵਰਤਨ, ਜਿਹੜੀ ਚੇਂਜਸ ਦੁਖਦਾਈ ਲੱਗਦੀ ਹੈ ਨਾ, ਉਹ ਇਹ ਲੱਗਦੀ ਹੈ ਕਿ ਭੌਤਿਕ ਹੋ ਗਏ ਅਸੀਂ ਜਿਹੜੇ ਦੁਨਿਆਵੀ ਚੀਜ਼ਾਂ ਹੈ ਨਾ, ਉਹਨਾਂ 'ਤੇ ਡਿਪੈਂਡ ਹੋ ਗਏ, ਨਿਰਭਰ ਹੋ ਗਏ ਉਹਨਾਂ ਉੱਪਰ। ਪਹਿਲਾਂ ਇਹ ਨਹੀਂ ਸੀ। ਪਹਿਲਾਂ ਆਦਮੀ ਦੀ ਆਪਣੀ ਜ਼ਿੰਦਗੀ ਸੀ, ਉਹ ਜਿਹੜੀ ਮੁਸ਼ਕਿਲਾਂ ਸੀ ਉਹਨਾਂ ਨੂੰ ਵੀ ਉਹ ਹੱਸ ਕੇ ਖੇਲ ਕੇ ਉਹਦੇ ਨਾਲ ਸਾਹਮਣਾ ਕਰਕੇ, ਚੁਣੌਤੀਆਂ ਕਰਕੇ, ਤੋਂ ਉਹਦਾ ਸੁੱਖ ਅਲੱਗ ਹੋਇਆ ਕਰਦਾ ਸੀ। ਅੱਜ ਹੈ ਕਿ ਆਪਾਂ ਇੰਨੇ ਜ਼ਿਆਦਾ ਨਿਰਭਰ ਹੋ ਗਏ, ਇੰਨੇ ਜ਼ਿਆਦਾ ਡਿਪੈਂਡ ਹੋ ਗਏ ਕਿ ਉਹ ਚੀਜ਼ਾਂ ਲੱਗਦੀਆਂ ਕਿ ਆਪਣਾ ਖੁਦ ਦੀ ਜਿਹੜੀ ਸੁਤੰਤਰਤਾ ਹੈ ਨਾ, ਆਪਣੇ ਖੁਦ ਦੇ ਵਾਸਤੇ ਜਿਹੜਾ ਟਾਈਮ ਹੋਣਾ ਚਾਹੀਦਾ ਨਾ ਬੰਦੇ ਨੂੰ, ਪਹਿਲਾਂ ਆਪਣੇ ਵਾਸਤੇ ਵਕਤ ਹੋਇਆ ਕਰਦਾ ਸੀ, ਖੁਦ ਵਾਸਤੇ। ਅੱਜ ਖੁਦ ਵਾਸਤੇ ਵਕਤ ਨਹੀਂ ਹੈ, ਔਰ ਖੁਦ ਵਾਸਤੇ ਵਕਤ ਨਹੀਂ, ਇਸ ਕਰਕੇ ਬੰਦਾ ਦੂਜੇ ਦਾ ਮੁਲਾਂਕਣ ਤਾਂ ਤਤਕਾਲ ਕਰ ਲੈਂਦਾ ਉਸੇ ਵਕਤ, ਫਲਾਣਾ ਇਸ ਤਰ੍ਹਾਂ ਹੈ, ਫਲਾਣਾ ਹੈ। ਆਪਣੇ ਕਰਨ ਦਾ ਟਾਈਮ ਹੀ ਨਹੀਂ ਉਹਦੇ ਕੋਲ, ਆਪਣੇ ਬਾਰੇ ਸੋਚਦਾ ਹੀ ਨਹੀਂ ਵੀ ਮੇਰੇ 'ਚ ਕਮੀਆਂ ਕੀ। ਕਿਉਂਕਿ ਜੇ ਇੱਕ ਦਿਨ ਸੋਚ ਲਵੇ ਤਾਂ ਫਿਰ ਸਾਰਾ ਠੀਕ ਨਾ ਕਰ ਲੈ। ਉਹ ਜਿਸ ਦਿਨ ਆਪਾਂ ਆਪਣੇ ਬਾਰੇ 'ਚ ਸੋਚਣਾ ਸ਼ੁਰੂ ਕਰਤਾ ਵੀ ਹਾਂ ਮੈਂ ਆਪਣਾ ਵੀ ਮੁਲਾਂਕਣ ਕਰਾਂ, ਆਪਣਾ ਵੀ ਅਸੈਸਮੈਂਟ ਕਰਾਂ, ਮੇਰੇ 'ਚ ਜੋ ਚੀਜ਼ਾਂ ਗਲਤ ਹੈ ਉਹਨਾਂ ਨੂੰ ਮੈਂ ਗਲਤ ਮੰਨਾਂ, ਉਹਨਾਂ ਨੂੰ ਮੈਂ ਠੀਕ ਕਰਾਂ, ਜੋ ਠੀਕ ਹੈ ਉਹ ਠੀਕ ਕਰਾਂ, ਫਿਰ ਦੂਜੇ ਦੇ ਬਾਰੇ 'ਚ ਸੋਚਣ ਦੀ ਹੱਕ ਮਿਲਦਾ ਆਪਾਂ ਨੂੰ। ਪਹਿਲਾਂ ਆਪਣੇ, ਬਸ ਇਹ ਚੀਜ਼ ਦੀ ਕਮੀ ਲੱਗਦੀ, ਖੁਦ ਦੇ ਬਾਰੇ 'ਚ ਵਕਤ ਜਿਹੜਾ ਨਾ ਬੰਦਾ ਦੇ ਨਹੀਂ ਰਿਹਾ। ਖੁਦ ਨੂੰ ਵਕਤ ਮੇਰੇ ਖਿਆਲ 'ਚ ਹਰ ਬੰਦੇ ਨੂੰ ਦੇਣਾ ਚਾਹੀਦਾ। ਤੇ ਸਰ, ਮਿੱਟੀ ਦੀ ਖੁਸ਼ਬੂ ਤੇ ਰਾਜੇਸ਼ ਚੱਡਾ ਦੋਨੇ, ਮੇਰਾ ਇਹ ਪਰਸਨਲ ਮਤ ਹੈ ਵੀ ਦੋਨੇ ਮੈਂ ਅਲੱਗ-ਅਲੱਗ ਨਹੀਂ ਮੰਨਦਾ, ਤੇ ਦੁਨੀਆ ਦਾ ਵੀ ਆਹੀ ਮਤ ਹੈ, ਜਿਹੜੇ ਵੀ ਤੁਹਾਡੇ ਸਰੋਤੇ ਆ, ਜਿਹੜੇ ਵੀ ਤੁਹਾਨੂੰ ਸੁਣਨ ਵਾਲੇ ਆ। ਤਾਂ ਅੱਜ ਰਾਜੇਸ਼ ਚੱਡਾ ਜੀ ਨੇ ਮਤਲਬ ਕੋਟਨ ਸਿਟੀ ਤੋਂ ਰਿਟਾਇਰਮੈਂਟ ਲੈ ਲਈ, ਤਾਂ ਮਿੱਟੀ ਦੀ ਖੁਸ਼ਬੂ ਨੂੰ ਤੁਹਾਡਾ ਤਾਂ ਮੈਂ ਨਹੀਂ ਕਹਿ ਸਕਦਾ ਮਿਸ ਕਰਨ ਦਾ ਜਜ਼ਬਾ, ਪਰ ਦੁਨੀਆ ਬਹੁਤ ਤੁਹਾਨੂੰ ਮਿਸ ਕਰ ਰਹੀ ਆ, ਆਪਣਾ ਇੰਡੀਆ, ਜੋ ਵੀ ਤੁਹਾਨੂੰ ਸੁਣਨ ਵਾਲੇ ਆ। ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ? ਵਾਕਈ ਮੇਰੇ ਕੋਲ ਵੀ ਬਹੁਤ ਸਾਰੀ ਐਸੀ ਸੂਚਨਾਵਾਂ, ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੈ ਡਿਜੀਟਲ ਪਲੇਟਫਾਰਮ ਹੈ ਸਾਰਾ, ਪਤਾ ਲੱਗ, ਸੋਸ਼ਲ ਮੀਡੀਆ ਹੈ, ਪਤਾ ਲੱਗਦਾ ਰਹਿੰਦਾ ਵੀ ਲੋਕ ਦੱਸਦੇ ਰਹਿੰਦੇ ਵੀ ਤੁਸੀਂ ਰੌਣਕਾਂ ਹੀ ਲੈ ਗਏ, ਇਹ ਕਰ ਗਏ। ਬਾਕੀ ਇਹ ਇੱਕ ਦਸਤੂਰ ਹੈ, ਇਹ ਹਮੇਸ਼ਾ ਚੱਲਦਾ ਰਹਿੰਦਾ। ਜੋ ਚੀਜ਼ ਠੀਕ ਲੱਗਦੀ ਹੈ, ਮੈਂ ਤੁਹਾਨੂੰ ਪਹਿਲਾਂ ਕਿਹਾ ਨਾ, ਪਿਛਲਾ ਟਾਈਮ ਅੱਛਾ ਲੱਗਦਾ ਬੰਦੇ ਨੂੰ, ਅਤੇ ਉਹ ਅੱਜ ਇਹ ਥੋੜ੍ਹਾ ਬਦਲਾਵ ਆਇਆ। ਆਉਣ ਵਾਲੇ ਟਾਈਮ ਵਿੱਚ ਹੋਰ ਹਾਂ, ਕਿਸੇ ਆਦਮੀ ਦੀ ਪੂਰਤੀ ਕੋਈ ਦੂਜਾ ਆਦਮੀ ਕਰ ਨਹੀਂ ਸਕਦਾ, ਕਿਉਂਕਿ ਦੁਨੀਆ ਦੇ ਵਿੱਚ ਨਾ ਹਰ ਆਦਮੀ ਯੂਨਿਕ ਹੈ, ਉਹ ਅਦਵਿਤੀ ਹੈ, ਬੇਨਜ਼ੀਰ ਹੈ, ਉਹ ਅਦਭੁਤ ਹੈ। ਹਰ ਆਦਮੀ ਦੀ ਆਪਣੀ ਕੁਆਲਿਟੀ ਹੈ, ਕੋਈ ਕਿਸੇ ਤੋਂ ਘੱਟ ਨਹੀਂ, ਕੋਈ ਕਿਸੇ 'ਚ ਮਾਸਟਰ ਹੈ, ਕੋਈ ਕਿਸੇ 'ਚ ਮਾਸਟਰ ਹੈ, ਕੋਈ ਕਿਸੇ 'ਚ ਘੱਟ ਹੈ, ਕੋਈ ਕਿਸੇ 'ਚ ਘੱਟ ਹੈ। ਇਹ ਚੀਜ਼ਾਂ ਚੱਲਣਗੀਆਂ, ਇਹ ਹਮੇਸ਼ਾ ਚੱਲਣਗੀਆਂ। ਹਾਂ, ਜਿਹੜੇ ਪ੍ਰੋਗਰਾਮ ਦੀ ਜਿੱਥੋਂ ਤੱਕ ਗੱਲ ਹੈ, ਮੇਰਾ ਆਪਣਾ ਲਹਿਜਾ ਸੀ, ਮੇਰਾ ਆਪਣਾ ਤਰੀਕਾ ਸੀ, ਮੇਰੀ ਆਪਣੀ ਮਿਹਨਤ ਸੀ।
ਮਿਹਨਤ ਕੀਤੀ ਜਾਵੇ ਉਸੇ ਤਰੀਕੇ ਨਾਲ ਜੁੜਨ ਦੀ, ਤਾਂ ਸ਼ਾਇਦ ਉਹ ਕਮੀ ਹੋ ਨਹੀਂ ਸਕਦੀ। ਅੱਜ ਕੱਲ੍ਹ ਕੀ ਹੈ ਕਿ ਦਿਮਾਗ ਤੋਂ ਗੱਲ ਕੀਤੀ ਜਾਂਦੀ ਹੈ ਤਾਂ ਫਿਰ ਉਹ ਖਾਲੀ ਦਿਮਾਗ ਤੱਕ ਪਹੁੰਚਦੀ ਹੈ, ਦਿਲ ਤੋਂ ਨਹੀਂ ਹੁੰਦੀ। ਦਿਲ ਤੋਂ ਗੱਲ ਕਰੋਗੇ ਤਾਂ ਫਿਰ ਦਿਲ ਤੱਕ ਪਹੁੰਚੇਗੀ। ਸਟੂਡੈਂਟ ਹੈ ਨਾ, ਕਲਾਸ ਚੱਲ ਰਹੀ ਹੈ, ਅਗਰ ਪੜ੍ਹਾਉਣ ਵਾਲਾ ਜਿਹੜਾ ਮਾਸਟਰ ਹੈ, ਟੀਚਰ ਹੈ, ਲੈਕਚਰਰ ਹੈ, ਪ੍ਰੋਫੈਸਰ ਹੈ, ਉਹ ਅਗਰ ਆਪਣੀ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਖੁਦ ਇੰਜੋਏ ਕਰ ਰਹੇ ਨਾ, ਤਾਂ ਸਮਝ ਲਓ ਬੱਚੇ ਵੀ ਕਰ ਰਹੇ ਆ। ਅਗਰ ਪ੍ਰੋਫੈਸਰ, ਟੀਚਰ, ਲੈਕਚਰਰ ਉਹ ਵੀ ਸਿਰਫ ਦੇਖ ਰਿਹਾ ਵੀ 40 ਮਿੰਟ ਕਦੋਂ ਆਉਣਗੇ, ਘੰਟੀ, ਤੇ ਫਿਰ ਬੱਚੇ 35 ਤੇ ਹੀ ਦੇਖ ਲੈਂਦੇ ਆ। ਤਾਂ ਉਸ ਨਜ਼ਰੀਆ ਬਦਲਣਾ ਜ਼ਰੂਰੀ। ਉਹਨਾਂ ਦੀ ਤਾਂ ਕੋਈ ਜਿਹੜੀ ਕੋਰੀ ਕਿਤਾਬ ਹੈ, ਕੋਰਾ ਕਾਗਜ਼ ਹੈ, ਉਹਦੀ ਤਾਂ ਕੋਈ ਗਲਤੀ ਨਹੀਂ। ਜਿਹੜਾ ਸੁਣਨ ਵਾਲਾ ਹੈ ਉਹਨੂੰ ਤਾਂ ਰੇਡੀਓ ਖੋਲ੍ਹ ਲਿਆ ਨਾ ਉਸੇ ਤਰ੍ਹਾਂ, ਉਹਨੂੰ ਕੀ ਲੈਣ ਦੇਣਾ ਕੌਣ ਬੋਲ ਰਿਹਾ। ਲੇਕਿਨ ਅਸੀਂ ਅਗਰ ਤਿਆਰ ਨਹੀਂ ਹੈ, ਸਾਡੇ ਦੇ ਵਿੱਚ ਉਹ ਜਜ਼ਬਾ ਨਹੀਂ ਹੈ, ਤਾਂ ਉਹਦੀ ਪੂਰਤੀ ਨਹੀਂ ਕਰ ਸਕਦੇ ਫਿਰ। ਬਿਲਕੁਲ। ਤੇ ਸਮਾਂ ਤਾਂ ਦਿਲ ਤਾਂ ਕਰਦਾ ਵੀ ਤੁਹਾਡੇ ਨਾਲ ਗੱਲਾਂ ਕਰੀ ਜਾਈਏ, ਤੇ ਕਿਤੇ ਨਾ ਕਿਤੇ ਮੈਨੂੰ ਵੀ ਹੁਣ ਤੁਹਾਡੇ ਤੋਂ ਆਗਿਆ ਲੈਣੀ ਪਊਗੀ। ਤੇ ਜਾਣ ਤੋਂ ਪਹਿਲਾਂ ਕੁਝ ਕੁ ਨਾਮ ਹਨ ਜਿਨ੍ਹਾਂ ਨੂੰ ਮੈਂ ਬੋਲੂੰਗਾ, ਤੇ ਉਹ ਨਾਮ ਬੋਲਣ ਤੋਂ ਪਹਿਲਾਂ ਜਿਵੇਂ ਮਿੱਟੀ ਦੀ ਖੁਸ਼ਬੂ ਦੀ ਸਟਾਰਟਿੰਗ ਹੁੰਦੀ ਸੀ, ਉਹ ਇੱਕ ਵਾਰ ਜ਼ਰੂਰ ਸਾਡੇ ਦਰਸ਼ਕਾਂ ਲਈ ਕਰਕੇ ਦਿਖਾਓ। ਅਕਸਰ ਪ੍ਰੋਗਰਾਮ ਦੀ ਸ਼ੁਰੂਆਤ ਨਾ ਮੈਂ ਕਿਸੇ ਨਾ ਕਿਸੇ ਗੱਲ ਤੋਂ ਕਰਿਆ ਕਰਦਾ ਸੀ, ਚਾਹੇ ਉਹ ਕੋਈ ਲੈਣਾ ਕਿਸੇ ਦੀਆਂ ਹੋਣ, ਤੇ ਉਹਦੀ ਆਗਾਜ਼ ਜਿਵੇਂ ਇੱਕ ਸਿਗਨੇਚਰ ਟਿਊਨ ਸ਼ੁਰੂ ਹੋਇਆ ਕਰਦੀ ਸੀ। ਉਹ ਸਿਗਨੇਚਰ ਟਿਊਨ ਤੋਂ ਬਾਅਦ ਫਿਰ ਲਓ ਜੀ ਹਾਜ਼ਰ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਲੈ ਕੇ। ਤੇ ਮਾਏ ਨਹੀਂ ਅਸੀਂ ਕਰਨ ਬਿਰਹੋਂ ਦਾ ਤੀਰਥਾਂ ਚੱਲੇ, ਖੋਟੇ ਦਮ ਮੁਹੱਬਤ ਵਾਲੇ ਬਨ ਉਮਰਾਂ ਦੇ ਪੱਲੇ, ਸਦ ਸੁਨਿਆਰੇ ਪ੍ਰੀਤ ਨਗਰ ਦੇ ਇੱਕ ਇੱਕ ਕਰਕੇ ਮੋੜਾਂ, ਸੋਨਾ ਸਮਝ ਬਿਹਾਜੇ ਸਨ ਜੋ ਮੈਂ ਪਿੱਤਲ ਦੇ ਛੱਲੇ। ਪਹਿਲਾ ਖਤ ਜਿਹੜਾ ਆਇਆ ਦੱਸੋ ਕਿਹਦਾ ਆਇਆ? ਤੇ ਸਰ ਪਹਿਲਾ ਖਤ ਮੇਰੇ ਫਾਦਰ ਸਾਹਿਬ ਦਾ ਹੀ ਹੈ, ਸ਼੍ਰੀ ਮੋਹਨ ਲਾਲ ਜੀ ਛਾਵੜਾ। ਵਾਹ, ਮੋਹਨ ਲਾਲ ਛਾਵੜਾ ਜੀ ਯਾਦ ਕਰ ਰਹੇ ਬੜੇ ਸਦੂਲ ਸ਼ਹਿਰ ਤੋਂ, ਇੰਨਾ ਯਾਦ ਕਰ ਰਹੇ ਜਿਵੇਂ ਤੁਸੀਂ ਦੱਸਿਆ ਵੀ ਕਦੋਂ ਤੋਂ ਪ੍ਰੋਗਰਾਮ ਸੁਣਿਆ ਕਰਦੇ, ਤੁਹਾਡੀ ਵੀ ਇੱਛਾ ਸੀ, ਉਹਨਾਂ ਦੀ ਵੀ ਇੱਛਾ ਵੀ ਮੁਲਾਕਾਤ ਹੋਏ। ਅੱਜ ਸ਼ਾਇਦ ਥੋੜ੍ਹੀ ਜਿਹੀ ਦੂਰੀ ਤਾਂ ਘੱਟ ਹੋਈ ਹੋਏਗੀ ਛਾਵੜਾ ਸਾਹਿਬ ਨਾਲ। ਚਲੋ ਮੇਰਾ ਸਲਾਮ ਦੇ ਦੇਣਾ ਉਹਨਾਂ ਨੂੰ। ਤੇ ਅਗਲਾ ਜਿਹੜਾ ਖਤ ਹੈ ਉਹ ਸਾਡੇ ਸਾਦੁਲ ਸ਼ਹਿਰ ਦੇ ਵਰਿੰਦਰ ਸਿੰਘ ਜੋੜਾ ਜੀ, ਚੜ੍ਹਦੀ ਕਲਾ ਵਾਲੇ, ਤੇ ਉਹ ਸਾਡੇ ਆਰਟਿਸਟ ਵੀ ਆ ਉਹ ਪੁਰਾਣੇ, ਤੇ ਏਜ ਵਾਲੇ ਬੰਦੇ ਆ, ਤੇ ਉਹਨਾਂ ਨੇ ਸਪੈਸ਼ਲ ਪੈਗਾਮ ਭੇਜਿਆ ਤੁਹਾਨੂੰ। ਵਾਹ ਜੀ, ਬਹੁਤ ਬਹੁਤ ਸ਼ੁਕਰੀਆ ਵਰਿੰਦਰ ਸਿੰਘ ਜੀ, ਚੜ੍ਹਦੀ ਕਲਾ ਵਾਲੇ ਹੋ ਤੁਸੀਂ। ਤੁਹਾਨੂੰ ਤਾਂ ਇਹ ਵੀ ਨਹੀਂ ਕਹਿ ਸਕਦੇ ਵੀ ਚੜ੍ਹਦੀ ਕਲਾ ਰਵੇ ਤੁਹਾਡੀ, ਬਸ ਇਸੇ ਤਰ੍ਹਾਂ ਬਾਬੇ ਦੀ ਮਿਹਰ ਬਣੀ ਰਵੇ ਔਰ ਪਿਆਰ ਮੁਹੱਬਤ ਬਣਿਆ ਰਵੇ। ਔਰ ਪ੍ਰੋਗਰਾਮ ਪਸੰਦ ਕਰ ਰਹੇ ਹੋ ਤਾਂ ਜ਼ਾਹਿਰ ਜੀ ਗੱਲ ਹੈ ਕਿ ਪਿਆਰ ਮੁਹੱਬਤ ਤਾਂ ਦਿਲ 'ਚ ਕਰ ਕੀਤਾ। ਤੇ ਸਰ 3-4 ਮੈਂ ਇਕੱਠੇ ਨਾਮ ਲਊਂਗਾ। ਪ੍ਰਿਥਵੀ ਸ਼ਰਮਾ ਜੀ ਸਾਡੇ ਵਾਟਰ ਵਰਕਸ ਤੋਂ ਰਿਟਾਇਰਡ ਹੋਏ ਆ ਹੁਣੇ, ਆਦਰਾਮ ਜੀ ਮੂੰਡ, ਤੇ ਸਾਡੇ ਭੂਪ ਬਾਦੂ ਜੀ, ਤੇ ਹੋਰ ਮੇਰੇ ਬਹੁਤ ਮਿੱਤਰ ਹੈ, ਪੁਲਕਿਤ ਗੁੰਬਰ ਹੈ, ਮੇਰਾ ਮਿੱਤਰ ਅਮਨਦੀਪ ਸੋਨੀ ਹੈ, ਤੇ ਇਹ ਸਾਰੇ ਹੀ ਹੈ। ਤੇ ਤੁਸੀਂ ਸਾਡੀ ਨਗਰੀ ਸਾਦੁਲ ਸ਼ਹਿਰ ਦਾ ਵੀ ਕੁਝ ਜ਼ਿਕਰ ਕਰਕੇ ਤੇ ਆਪਾਂ ਕਰਾਂਗੇ। ਜੀ ਹਾਂ, ਬਿਲਕੁਲ। ਮਟੀਲੀ ਦਾ ਜ਼ਿਕਰ ਕਰੇ ਬਗੈਰ ਤਾਂ ਗੱਲ ਬਣਨੀ ਨਹੀਂ। ਮੈਨੂੰ ਯਾਦ ਹੈ ਚੰਗੀ ਤਰ੍ਹਾਂ ਕਿ ਜਦੋਂ ਹਨੂੰਮਾਨਗੜ੍ਹ ਤੋਂ ਅਸੀਂ ਗੰਗਾਨਗਰ ਜਾਇਆ ਕਰਦੇ ਸੀ, ਤੇ ਮਟੀਲੀ ਇੱਕ ਅੱਧਾ ਰਸਤਾ ਪੈਂਦਾ, ਉੱਥੇ ਗੱਡੀ ਰੁਕਿਆ ਕਰਦੀ ਸੀ ਸਦੂਲ ਸ਼ਹਿਰ 'ਚ, ਤੇ ਉੱਥੇ ਲੰਗਰ ਵਰਤਾਇਆ ਜਾਂਦਾ ਸੀ ਸਟੇਸ਼ਨ 'ਤੇ। ਹੁਣ ਤਾਂ ਬੰਦ ਹੋ ਗਿਆ, ਉਹ ਬਹੁਤ ਸਾਲ ਹੋ ਗਏ ਬੰਦ ਹੋ ਗਿਆ। ਤੇ ਸਿਰਫ ਹਨੂੰਮਾਨਗੜ੍ਹ ਤੋਂ ਗੰਗਾਨਗਰ ਉਸ ਲੰਗਰ ਦੇ ਪਿੱਛੇ ਉਹ ਪਰਾਗਾ ਅਤੇ ਉਹ ਦਾਲ ਜਿਹੜਾ ਸੀ ਉਹ ਲੈਣ ਪਿੱਛੇ ਖਾ ਕੇ ਅਸੀਂ ਕ੍ਰੋਸ ਹੋਇਆ ਕਰਦਾ ਸੀ, ਪੁੱਠੀ ਵਾਪਸ ਗੱਡੀ ਚੜ੍ਹ ਜਾਇਆ ਕਰਦੇ ਸੀ। ਸਟੂਡੈਂਟਸ ਦੀ ਟਿਕਟ ਲੱਗਦੀ ਨਹੀਂ ਸੀ ਉਦੋਂ, ਸਟੂਡੈਂਟ ਨੂੰ ਫ੍ਰੀ ਹੋ ਕਰਦਾ ਸੀ ਰੇਲਵੇ 'ਚ ਵੀ, ਹਾਲਾਂਕਿ ਕੋਈ ਨਿਯਮ ਕਾਇਦਾ ਨਹੀਂ ਸੀ, ਪਰ ਫਿਰ ਵੀ ਚੱਲਦਾ ਸੀ, ਬਸ ਸਟੂਡੈਂਟ ਹੈ ਚੱਲ ਠੀਕ ਹੈ ਬਹਿ ਜਾਓ। ਵਕਤ ਚੰਗਾ ਸੀ, ਉਸੇ ਕਰਕੇ ਜਾਇਆ ਕਰਦੇ ਸਦੂਲ ਸ਼ਹਿਰ। ਇਸ ਕਰਕੇ ਜ਼ਿੰਦਗੀ 'ਚੋਂ ਕਦੀ ਖਤਮ ਉਹ ਸਵਾਦ ਜਿਹੜਾ ਹੈ ਨਾ, ਉਹ ਅੱਜ ਤੱਕ ਉਸ ਗੁਰਦੁਆਰੇ ਦੇ ਲੰਗਰ ਦਾ ਜ਼ੁਬਾਨ 'ਤੇ ਬਰਕਰਾਰ ਹੈ। ਤੇ ਸਰ ਜਾਂਦੇ ਜਾਂਦੇ ਮਤਲਬ ਕਿ ਸਾਨੂੰ ਵੀ ਇਹ ਆਸ਼ੀਰਵਾਦ ਦਿਓ, ਤੇ ਇੱਕ ਨਜ਼ਰ ਮੇਰੇ ਇਸ ਮਾਈਕ ਕਿੰਨੀ ਕਰ ਦਿਓ ਵੀ ਜਿਸ ਤਰ੍ਹਾਂ ਤੁਸੀਂ ਮਿੱਟੀ ਦੀ ਖੁਸ਼ਬੂ ਨੂੰ ਉਸ ਬੁਲੰਦੀਆਂ ਤੱਕ ਲੈ ਕੇ ਗਏ, ਤੇ ਮੈਂ ਵੀ ਨਿਮਾਣੀ ਜੀ ਕੋਸ਼ਿਸ਼ ਕਰ ਰਿਹਾ ਮੇਰੇ ਚੈਨਲ ਮਹਿਕ ਦੀ ਸੁਗਾਤ ਇਹਨੂੰ ਮੈਂ ਵੀ ਉਸ ਬੁਲੰਦੀਆਂ ਤੱਕ ਲਿਜਾ ਸਕਾਂ, ਤੇ ਆਪਣੇ ਦਰਸ਼ਕਾਂ ਦਾ ਦਿਲ ਹਮੇਸ਼ਾ ਮੋਹਦਾ ਰਵਾਂ। ਤੇ ਇੰਨੀ ਕਿ ਤੁਸੀਂ ਵੀ ਕਿਰਪਾਲਤਾ ਸਾਡੇ 'ਤੇ ਕਰੋ। ਤੁਸੀਂ ਪਿਆਰ ਮੁਹੱਬਤ ਕਰਨ ਵਾਲੇ ਬੰਦੇ ਹੋ, ਇਸ ਕਰਕੇ ਤੁਹਾਨੂੰ ਕਿਤੇ ਕੋਈ ਰੁਕਾਵਟ ਆ ਹੀ ਨਹੀਂ ਸਕਦੀ। ਬਹੁਤ ਮਿਹਰਬਾਨੀ, ਸ਼ੁਕਰੀਆ ਬਹੁਤ ਬਹੁਤ। ਤੇ ਸਰ ਅਸੀਂ ਮਾਲਕ ਅੱਗੇ ਦੁਆ ਕਰਦੇ ਹਾਂ, ਸਾਡੀ ਪੂਰੀ ਫੈਮਿਲੀ ਮਹਿਕ ਦੀ ਸੁਗਾਤ ਵੱਲੋਂ, ਸਾਡੀ ਨਗਰੀ ਸਾਦੁਲ ਸ਼ਹਿਰ ਵੱਲੋਂ ਅਸੀਂ ਦਾਤਾ ਅੱਗੇ ਇਹ ਅਰਜ਼ ਕਰਦੇ ਹਾਂ ਵੀ ਮਾਲਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ, ਤੇ ਤੁਹਾਡੀ ਆਵਾਜ਼ ਹਮੇਸ਼ਾ ਇਸੇ ਤਰ੍ਹਾਂ ਜਿਵੇਂ ਪਹਿਲਾਂ ਗੂੰਜਦੀ ਸੀ ਅੱਗੇ ਵੀ ਇਦਾਂ ਹੀ ਗੂੰਜਦੀ ਰਹੇ। ਤੇ ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਸਰ, ਬਹੁਤ ਬਹੁਤ ਸ਼ੁਕਰੀਆ।
ਲਾਸਟ 'ਚ ਜਾਂਦੇ ਜਾਂਦੇ ਤੁਹਾਡੇ ਕੋਈ ਸਰੋਤਿਆਂ ਲਈ, ਜਿਹੜੇ ਮਿੱਟੀ ਦੀ ਖੁਸ਼ਬੂ ਦੇ ਸਰੋਤੇ ਆ, ਉਹਨਾਂ ਲਈ ਕੋਈ ਮੈਸੇਜ? ਬਸ ਇਸੇ ਤਰ੍ਹਾਂ ਹੁਣ ਜਿਵੇਂ ਅੱਜ ਤੁਹਾਡੇ ਜ਼ਰੀਏ ਮੁਲਾਕਾਤ ਹੋ ਗਈ, ਇਸੇ ਤਰ੍ਹਾਂ ਮੁਲਾਕਾਤ ਹੁੰਦੀ ਰਹੇ। ਬਾਕੀ ਇੱਕ ਸਿੱਧੀ ਗੱਲ ਹੋਰ ਹੈ ਕਿ ਰੇਡੀਓ ਦੇ ਜ਼ਰੀਏ ਨਹੀਂ ਹੋ ਸਕਦੀ ਮੁਲਾਕਾਤ, ਪਰ ਸ਼ਹਿਰ ਤਾਂ ਉੱਥੇ ਦਾ ਉੱਥੇ ਹੀ ਹੈ, ਮੇਰਾ ਘਰ ਵੀ ਉੱਥੇ ਦਾ ਉੱਥੇ ਹੀ ਹੈ, ਅਤੇ ਮੈਂ ਵੀ ਉੱਥੇ ਦਾ ਉੱਥੇ ਹੀ ਹਾਂ, ਔਰ ਉਸੇ ਵਰਗਾ ਹੀ ਹਾਂ। ਕਦੇ ਵੀ ਆਓ ਤਾਂ ਜ਼ਰੂਰ ਆਓ, ਮਿਲ ਕੇ ਜਾਓ, ਉਸ ਤੋਂ ਵੱਡੀ ਗੱਲ ਹੋ ਹੀ ਨਹੀਂ ਸਕਦੀ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਬਹੁਤ ਬਹੁਤ ਥੈਂਕ ਯੂ ਸਰ।